ਹੈਲੋ ਫਰੈਂਡਸ, मैं ਕਰਮਵੀਰ ਸਿੰਘ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਐਜੂਕੇਸ਼ਨ ਬਾਈ ਕਰਮ ਉੱਪਰ। ਅੱਜ ਦੀ ਵੀਡੀਓ ਦੇ ਅੰਦਰ ਆਪਾਂ ਪੜ੍ਹਨ ਜਾ ਰਹੇ ਹਾਂ ਜੀ ਔਰੰਗਜ਼ੇਬ ਦੇ ਇਤਿਹਾਸ ਨੂੰ, ਜੋ ਕਿ ਮੁਗਲ ਸ਼ਾਸਕਾਂ ਦੇ ਵਿੱਚ ਜੀ 6ਵਾਂ ਸ਼ਾਸਕ ਆ ਜਾਂਦਾ ਹੈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਔਰੰਗਜ਼ੇਬ ਦਾ ਜੋ ਜੀਵਨ ਸੀ ਜੀ ਉਸ ਨੂੰ ਪੜ੍ਹਾਂਗੇ। ਜੋ ਅੱਜ ਦੀ ਆਪਣੀ ਵੀਡੀਓ ਹੈ ਜੀ ਇਹ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਜੀ, ਇਸ ਲਈ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਤੁਸੀਂ ਜ਼ਰੂਰ ਦੇਖਣਾ ਹੈ। ਜੋ ਆਪਣੀਆਂ ਇਹ ਹਿਸਟਰੀ ਦੀਆਂ ਵੀਡੀਓਜ਼ ਹੈ ਜੀ ਇਹ PSTET ਮਾਸਟਰ ਕਾਡਰ SSC ਦਾ ਐਗਜ਼ਾਮ ਲਾ ਲਓ ਚਾਹੇ PPSC ਜੀ ਅਦਰ ਜਿੰਨੇ ਵੀ ਐਗਜ਼ਾਮ ਆ ਜਾਂਦੇ ਨੇ ਜੀ ਜਿਨ੍ਹਾਂ ਦੇ ਵਿੱਚ ਹਿਸਟਰੀ ਦਾ ਕੋਈ ਵੀ ਪੁਆਇੰਟ ਆਉਂਦਾ ਹੈ ਉਸ ਦੇ ਵਿੱਚ ਜੀ ਇਹ ਜੋ ਆਪਣਾ ਵੀਡੀਓਜ਼ ਆ ਇਹ ਬਹੁਤ ਜ਼ਿਆਦਾ ਹੈਲਪਫੁਲ ਹੋਣਗੀਆਂ। ਇਸ ਲਈ ਤੁਸੀਂ ਵੀਡੀਓ ਨੂੰ ਜੀ ਬਿਲਕੁਲ ਐਂਡ ਤੱਕ ਦੇਖਿਆ ਕਰੋ ਅਤੇ ਬਿਨਾਂ ਸਕਿਪ ਕੀਤੇ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ ਜੇਕਰ ਪੰਜਾਬ ਐਜੂਕੇਸ਼ਨ ਚੈਨਲ 'ਤੇ ਤੁਸੀਂ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਹੁਣੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਓ ਅਤੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ ਅਤੇ ਤੁਸੀਂ ਕਿਸੇ ਵੀ ਵੀਡੀਓ ਨੂੰ ਮਿਸ ਨਾ ਕਰੋ। ਸਾਰੀਆਂ ਹੀ ਵੀਡੀਓਜ਼ ਦਾ ਜੀ ਫ੍ਰੀ ਆਫ ਕਾਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ 'ਤੇ ਵੀ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਹੁਣ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਆਪਣੀ ਇਹ ਵੀਡੀਓ। ਸਭ ਤੋਂ ਪਹਿਲਾਂ ਵੇਖ ਲੈਂਦੇ ਹਾਂ ਜੀ ਉਹਨਾਂ ਟੌਪਿਕਸ ਨੂੰ ਜਿਨ੍ਹਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਜਾਣ ਪਛਾਣ ਕਰਾਂਗੇ, ਜਿਸ ਦੇ ਵਿੱਚ ਆਪਾਂ ਜਾਣਾਂਗੇ ਕਿ ਔਰੰਗਜ਼ੇਬ ਕੌਣ ਆ, ਉਸਦੇ ਮਾਤਾ ਪਿਤਾ ਕੌਣ ਸੀ, ਕਿੱਥੇ ਜਨਮ ਹੋਇਆ, ਕਦੋਂ ਹੋਇਆ, ਜੇ ਇੱਦਾਂ ਦੀਆਂ ਬੇਸਿਕ ਗੱਲਾਂ ਜੀ ਉਹ ਆਪਾਂ ਫਸਟ ਸਲਾਈਡ ਦੇ ਵਿੱਚ ਹੀ ਕਲੀਅਰ ਕਰ ਲਾਂਗੇ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਕਿ ਕਿਸ ਤਰ੍ਹਾਂ ਜੋ ਔਰੰਗਜ਼ੇਬ ਆ ਉਹ ਸ਼ਾਸਕ ਬਣਦਾ ਹੈ। ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਸ਼ਾਸਕ ਬਣਨ ਤੋਂ ਬਾਅਦ ਜੋ ਔਰੰਗਜ਼ੇਬ ਆ ਇਸ ਦੀ ਧਾਰਮਿਕ ਨੀਤੀ ਕਿਸ ਤਰ੍ਹਾਂ ਦੀ ਸੀ, ਅਤੇ ਇਸ ਦੇ ਨਾਲ ਹੀ ਕੁਝ ਜੋ ਹੋਰ ਇੰਪੋਰਟੈਂਟ ਬਿੰਦੂ ਆ ਜਾਂਦੇ ਨੇ ਜੀ, ਕੁਝ ਹੋਰ ਇੰਪੋਰਟੈਂਟ ਗੱਲਾਂ ਹੋ ਜਾਂਦੀਆਂ ਨੇ, ਉਹ ਵੀ ਆਪਾਂ ਇੱਥੇ ਹੀ ਕਵਰ ਕਰ ਲਾਂਗੇ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਕਿ ਔਰੰਗਜ਼ੇਬ ਜਦੋਂ ਸ਼ਾਸਕ ਬਣ ਜਾਂਦਾ ਹੈ ਤਾਂ ਉਸ ਦੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਵਿਦਰੋਹ ਹੋਏ ਸੀ ਅਤੇ ਕਿਹਨਾਂ ਦੇ ਦੁਆਰਾ ਇਹ ਕੀਤੇ ਗਏ ਸੀ। ਅੰਤ ਦੇ ਵਿੱਚ ਆਪਾਂ ਦੇਖਾਂਗੇ ਜੀ ਕਿ ਔਰੰਗਜ਼ੇਬ ਦੀ ਮੌਤ ਕਦੋਂ ਹੁੰਦੀ ਹੈ, ਕਿੱਥੇ ਹੁੰਦੀ ਹੈ ਅਤੇ ਕਿਵੇਂ ਹੁੰਦੀ ਹੈ। ਇਸ ਬਾਰੇ ਪੜ੍ਹਨ ਤੋਂ ਬਾਅਦ ਆਪਾਂ ਦੇਖਾਂਗੇ ਜੀ ਔਰੰਗਜ਼ੇਬ ਦੇ ਦੁਆਰਾ ਜੋ ਕੁਝ ਇਮਾਰਤਾਂ ਦਾ ਨਿਰਮਾਣ ਕਰਵਾਇਆ ਗਿਆ ਉਹਨਾਂ ਨੂੰ। ਔਰ ਜੋ ਤੁਸੀਂ ਨਾਲ ਇਮੇਜ ਦੇਖ ਰਹੇ ਹੋ ਜੀ ਇਹ ਔਰੰਗਜ਼ੇਬ ਦੀ ਹੈ। ਠੀਕ ਹੈ ਜੀ, ਹੁਣ ਇੱਕ ਇੱਕ ਕਰਕੇ ਆਪਾਂ ਇਹਨਾਂ ਪੁਆਇੰਟਸ ਨੂੰ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਜੀ ਔਰੰਗਜ਼ੇਬ ਦੇ ਬਾਰੇ ਕੁਝ ਬੇਸਿਕ ਇਨਫੋਰਮੇਸ਼ਨ ਹੀ ਦੇਖ ਲੈਂਦੇ ਹਾਂ, ਜਿਵੇਂ ਕਿ ਇਸ ਦਾ ਪੂਰਾ ਨਾਮ ਕੀ ਸੀ। ਜੋ ਔਰੰਗਜ਼ੇਬ ਹੈ ਜੀ ਇਸ ਦਾ ਪੂਰਾ ਨਾਮ ਸੀ ਅਬੁਲ ਮੁਜ਼ੱਫਰ ਮਹਮੂਦੀਨ ਮੁਹੰਮਦ ਔਰੰਗਜ਼ੇਬ ਆਲਮਗੀਰ। ਠੀਕ ਹੈ ਜੀ, ਇਹ ਇਸ ਦਾ ਪੂਰਾ ਨਾਮ ਸੀ। ਵੈਸੇ ਆਪਾਂ ਇਕੱਲਾ ਔਰੰਗਜ਼ੇਬ ਹੀ ਬੋਲਦੇ ਹਾਂ। ਜੇਕਰ ਗੱਲ ਕਰੀਏ ਕਿ ਇਸ ਦੇ ਪਿਤਾ ਦਾ ਨਾਮ ਕੀ ਸੀ, ਤੇ ਇਸ ਦੇ ਪਿਤਾ ਦਾ ਨਾਮ ਸੀ ਜੀ ਸ਼ਾਹਜਹਾਂ ਅਤੇ ਇਸ ਦੀ ਮਾਤਾ ਦਾ ਨਾਮ ਸੀ ਮੁਮਤਾਜ਼ ਬੇਗਮ। ਮੁਮਤਾਜ਼ ਬੇਗਮ ਦੇ ਜੀ ਟੋਟਲ 14 ਬੱਚੇ ਸੀ, ਜਿਸ ਦੇ ਵਿੱਚੋਂ 7 ਮਰ ਗਏ ਸੀ, 7 ਜਿੰਦਾ ਰਹੇ ਸੀ। ਉਹਨਾਂ ਦੇ ਵਿੱਚੋਂ ਹੀ ਜੀ ਇੱਕ ਬੇਟਾ ਸੀ। ਠੀਕ ਹੈ ਜੀ, ਜੋ ਆਪਾਂ ਲਾਸਟ ਵੀਡੀਓ ਦੇ ਵਿੱਚ ਕਾਫੀ ਡਿਟੇਲ ਦੇ ਨਾਲ ਪੜ੍ਹਿਆ ਸੀ। ਜੇਕਰ ਗੱਲ ਕਰੀਏ ਔਰੰਗਜ਼ੇਬ ਦੇ ਜਨਮ ਦੀ, ਤੇ ਇਸ ਦਾ ਜਨਮ ਹੋਇਆ ਜੀ 3 ਨਵੰਬਰ 1618 ਨੂੰ, ਜੋ ਕਿ ਦੋਹਦ ਦੇ ਵਿੱਚ ਹੋਇਆ ਸੀ, ਜਿਹੜਾ ਕਿ ਭਾਰਤ ਦੇ ਵਿੱਚ ਗੁਜਰਾਤ ਦੇ ਵਿੱਚ ਰਹਿ ਜਾਂਦਾ ਹੈ। ਠੀਕ ਹੈ ਜੀ, ਗੁਜਰਾਤ ਦੇ ਦੋਹਦ ਦੇ ਵਿੱਚ 1618 ਦੇ ਵਿੱਚ ਜੋ ਔਰੰਗਜ਼ੇਬ ਇਸ ਦਾ ਜਨਮ ਹੋਇਆ। ਜੇਕਰ ਗੱਲ ਕਰੀਏ ਇਸ ਦੇ ਸ਼ਾਸਨ ਕਾਲ ਦੀ, ਯਾਨੀ ਕਿ ਕਿੰਨਾ ਟਾਈਮ ਸ਼ਾਸਕ ਰਿਹਾ ਜੀ, ਕਿੰਨਾ ਟਾਈਮ ਇਹ ਰਾਜਾ ਬਣਿਆ ਰਿਹਾ, ਤੇ ਇਹ ਰਿਹਾ ਜੀ 31 ਜੁਲਾਈ 1658 ਈਸਵੀ ਤੋਂ ਲੈ ਕੇ 3 ਮਾਰਚ 1707 ਈਸਵੀ ਤੱਕ। ਲਗਭਗ 50 ਸਾਲ ਜੀ ਇਸ ਨੇ ਰਾਜ ਕੀਤਾ ਹੈ ਮੁਗਲ ਗੱਦੀ 'ਤੇ। ਠੀਕ ਹੈ ਜੀ, ਅਕਬਰ ਤੋਂ ਬਾਅਦ ਕੇਵਲ ਔਰੰਗਜ਼ੇਬ ਹੀ ਹੈ ਜੀ ਜਿਸ ਦਾ ਸ਼ਾਸਨ ਕਾਲ ਇੰਨਾ ਲੰਮਾ ਚੱਲਿਆ ਸੀ। ਅਕਬਰ ਦਾ ਵੀ ਲਗਭਗ ਜੀ 50 ਈਅਰਸ ਦਾ ਸਾਰਾ ਸੀਗਾ ਟਾਈਮ, ਅਤੇ ਜੋ ਔਰੰਗਜ਼ੇਬ ਆ ਜੀ ਇਸ ਦਾ ਵੀ ਜੋ ਸਮਾਂ ਹੈਗਾ ਰਾਜ ਕਰਨ ਦਾ ਇਹ ਵੀ 50 ਸਾਲ ਦਾ ਹੀ ਹੈ। ਠੀਕ ਹੈ ਜੀ, ਇਹ ਦੋਨੇ ਸ਼ਾਸਕ ਜਿਨ੍ਹਾਂ ਨੇ ਕਾਫੀ ਲੰਮਾ ਟਾਈਮ ਰਾਜ ਕੀਤਾ। ਜੇਕਰ ਗੱਲ ਕਰੀਏ ਔਰੰਗਜ਼ੇਬ ਦੀ ਮੌਤ ਦੀ, ਤਾਂ ਇਸ ਦੀ ਮੌਤ ਹੋਈ ਸੀ ਜੀ 3 ਮਾਰਚ 1707 ਈਸਵੀ ਨੂੰ, ਯਾਨੀ ਕਿ ਇਸ ਦੀ ਮੌਤ ਦੇ ਨਾਲ ਹੀ ਇਸ ਦਾ ਜੋ ਰਾਜ ਆ ਉਹ ਖਤਮ ਹੋਇਆ ਸੀ। ਅਤੇ ਮੌਤ ਸਮੇਂ ਇਸ ਦੀ ਉਮਰ ਸੀ ਜੀ 88 ਸਾਲ ਦੀ, 88 ਈਅਰਸ ਦਾ ਸੀ, ਯਾਨੀ ਕਿ ਕਾਫੀ ਓਲਡ ਹੋ ਗਿਆ ਸੀ। ਜੋ ਇਸ ਦੀ ਮੌਤ ਹੋਈ ਹੈ ਜੀ ਉਹ ਹੋਈ ਹੈ ਅਹਿਮਦਨਗਰ ਦੇ ਵਿੱਚ, ਜੋ ਕਿ ਦੱਖਣੀ ਭਾਰਤ ਦੇ ਵਿੱਚ ਇੱਕ ਏਰੀਆ ਰਹਿ ਜਾਂਦਾ ਹੈ। ਠੀਕ ਹੈ ਜੀ, ਸਾਊਥ ਇੰਡੀਆ ਦੇ ਵਿੱਚ ਇਸ ਦੀ ਜਾ ਕੇ ਮੌਤ ਹੋ ਗਈ ਸੀ। ਹੁਣ ਗੱਲ ਕਰਦੇ ਹਾਂ ਜੀ ਔਰੰਗਜ਼ੇਬ ਦੇ ਮਕਬਰੇ ਦੀ। ਜੋ ਔਰੰਗਜ਼ੇਬ ਦਾ ਮਕਬਰਾ ਇਸ ਨੂੰ ਔਰੰਗਜ਼ੇਬ ਦੇ ਮਕਬਰੇ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ, ਅਤੇ ਇਹ ਬਣਿਆ ਹੋਇਆ ਜੀ ਖੁਲਦਾਬਾਦ ਦੇ ਵਿੱਚ। ਇਹ ਦੱਖਣੀ ਭਾਰਤ ਦੇ ਵਿੱਚ ਹੀ ਬਣਿਆ ਹੋਇਆ, ਕਿਉਂਕਿ ਉਹ ਦੱਖਣੀ ਭਾਰਤ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ। ਗੱਲ ਕਰੀਏ ਔਰੰਗਜ਼ੇਬ ਦੀਆਂ ਪਤਨੀਆਂ ਦੀ, ਤੇ ਇਹਨਾਂ ਦੇ ਵਿੱਚ ਜੀ ਇਸ ਦੀਆਂ 4 ਪਤਨੀਆਂ ਆ ਜਾਂਦੀਆਂ ਨੇ। ਵੈਸੇ ਕਈ ਥਾਂ 'ਤੇ ਤੁਸੀਂ ਪੜ੍ਹਿਆ ਹੋਊਗਾ ਜਾਂ ਕੁਝ ਵੀਡੀਓਜ਼ ਦੇ ਵਿੱਚ ਦੇਖਿਆ ਹੋਵੇਗਾ, ਜ਼ਿਆਦਾਤਰ ਮੈਂਸ਼ਨ ਕਰਦੇ ਆ ਕਿ ਇਸ ਦੀ ਇੱਕ ਹੀ ਪਤਨੀ ਸੀ, ਪਰ ਕਈ ਥਾਂ 'ਤੇ ਜੀ ਇਹ 4 ਵੀ ਦਿੱਤੀਆਂ ਗਈਆਂ। ਆਪਾਂ ਇੱਕ ਦੇ ਬਾਰੇ ਪੜ੍ਹਨਾ ਜਿਸ ਨੂੰ ਜੀ ਮੈਂ ਰੈੱਡ ਲਾਈਨ ਨਾਲ ਲਿਖਤਾ ਹੈ, ਰੈੱਡ ਫੌਂਟ ਦੇ ਨਾਲ ਲਿਖਤਾ ਹੈ। ਆਪਾਂ ਸਿਰਫ ਉਸ ਨੂੰ ਪੜ੍ਹਨਾ ਹੈ, ਬਾਕੀਆਂ ਨੂੰ ਤੁਸੀਂ ਵੈਸੇ ਇਨਫੋ ਲਈ ਯਾਦ ਰੱਖ ਲਓ। ਪਹਿਲਾ ਆ ਜਾਂਦਾ ਹੈ ਜੀ ਦਲਰਾਸ ਬਾਨੋ ਬੇਗਮ, ਜਿਸ ਨੂੰ ਰਬੀਆ ਦੁਰਾਨੀ ਵੀ ਕਿਹਾ ਜਾਂਦਾ ਹੈ, ਜੋ ਇਸ ਦੀ ਸਭ ਤੋਂ ਇੰਪੋਰਟੈਂਟ ਪਤਨੀ ਹੈ, ਜਿਸ ਦੇ ਬਾਰੇ ਆਪਾਂ ਨੂੰ ਪ੍ਰਸ਼ਨ ਪੁੱਛੇ ਜਾਂਦੇ ਆ, ਦੂਜਿਆਂ ਦੇ ਬਾਰੇ ਨਹੀਂ ਪੁੱਛੇ ਜਾਂਦੇ। ਦੂਸਰੀ ਆ ਜਾਂਦੀ ਹੈ ਜੀ ਨਵਾਬ ਬਾਈ, ਤੀਸਰੀ ਆ ਜਾਂਦੀ ਹੈ ਜੀ ਔਰੰਗਾਬਾਦੀ ਮਹਿਲ, ਅਤੇ ਚੌਥੀ ਸੀ ਜੀ ਉਦੈਪੁਰੀ ਮਹਿਲ। ਜੇਕਰ ਗੱਲ ਕਰੀਏ ਕਿ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਇਸ ਦਾ ਉੱਤਰਾਧਿਕਾਰੀ ਕੌਣ ਬਣਦਾ ਹੈ, ਤਾਂ ਉਹ ਬਣਦਾ ਹੈ ਜੀ ਬਹਾਦਰ ਸ਼ਾਹ।
ठीक है जी। ये जो मुगल काल के अपने पहले 6 शासक है, यही शक्तिशाली शासक आ जाते हैं। इस तो बाद दा जो समा आ जाता जी औरंगजेब तो बाद दा, यानी कि 1707 ईस्वी तो बाद दा, जो बहादुर शाह उसका उत्तराधिकारी बनता है, उसनों आपां कहने हैं जी उत्तर मुगल काल का समा। जो उसके शासक जी उन्होंने बारे आपां नूं ज़्यादा प्रश्न नहीं आते, उसके जिन्ने भी शासक सी उन्होंने सब नूं जी आपां एक वीडियोज़ दे विच ही कवर कर देंगे। अब उसके बारे आपां अलग अलग वीडियो नहीं बनाई, एक वीडियो दे विच ही सारिਆਂ ਨੂੰ पढ़ लवांगे। हुण आपां वेखदे हां जी कि औरंगजेब किस तरह शासक बनता है। ਹੁਣ ਆਪਾਂ ਪੜ੍ਹਦੇ ਹਾਂ ਜੀ ਕਿ ਔਰੰਗਜ਼ੇਬ ਕਿਸ ਤਰ੍ਹਾਂ ਸ਼ਾਸਕ ਬਣਦਾ ਹੈ। ਜੋ ਔਰੰਗਜ਼ੇਬ ਹੈ ਜੀ, ਇਹ ਸ਼ਾਸਕ ਬਣਨ ਤੋਂ ਪਹਿਲਾਂ 1636 ਤੋਂ ਲੈ ਕੇ 1657 ਈਸਵੀ ਤੱਕ ਗੁਜਰਾਤ, ਮੁਲਤਾਨ ਅਤੇ ਸਿੰਧ ਪ੍ਰਦੇਸ਼ ਦਾ ਸੂਬੇਦਾਰ ਰਿਹਾ ਸੀ। ਯਾਨੀ ਕਿ 3 ਜਗ੍ਹਾ ਦੇ ਵਿੱਚ ਜੀ 1636 ਤੋਂ ਲੈ ਕੇ 1657 ਈਸਵੀ ਤੱਕ ਜੋ ਔਰੰਗਜ਼ੇਬ ਆ ਉਹ ਸੂਬੇਦਾਰ ਦੇ ਰੂਪ ਵਿੱਚ ਕੰਮ ਕਰਦਾ ਰਿਹਾ ਸੀ। ਪਰ ਜਿਵੇਂ ਹੀ 1657 ਈਸਵੀ ਵਿੱਚ ਜੋ ਉਸ ਦਾ ਪਿਤਾ ਹੈ ਜੀ, ਔਰੰਗਜ਼ੇਬ ਦਾ ਪਿਤਾ, ਜਿਸ ਦਾ ਨਾਮ ਸੀ ਸ਼ਾਹਜਹਾਂ, ਜਦੋਂ ਉਹ ਬਿਮਾਰ ਹੋਇਆ ਤਾਂ ਜੋ ਇਹ ਔਰੰਗਜ਼ੇਬ ਵਰਗੇ 4 ਭਰਾ ਸੀ ਜੀ, ਇਹਨਾਂ ਦੇ ਵਿੱਚ ਰਾਜਗੱਦੀ ਦੇ ਲਈ ਸੰਘਰਸ਼ ਹੋਣੇ ਸ਼ੁਰੂ ਹੋ ਗਏ। ਇਹ 4 ਭਰਾ ਕਿਹੜੇ ਨੇ ਜੀ? ਇੱਕ ਹੈ ਦਾਰਾ ਸ਼ਕੋ, ਦੂਸਰਾ ਹੈ ਸ਼ਾਹ ਸੁਜਾ, ਤੀਸਰਾ ਆ ਜਾਂਦਾ ਹੈ ਜੀ ਮੁਰਾਦ ਬਖਸ਼ ਅਤੇ ਚੌਥਾ ਔਰੰਗਜ਼ੇਬ ਖੁਦ ਹੁੰਦਾ ਹੈ। ਇਹਨਾਂ 4 ਦੇ ਵਿੱਚ ਜੋ ਸੰਘਰਸ਼ ਹੁੰਦਾ ਹੈ ਜੀ, ਜੋ ਯੁੱਧ ਹੁੰਦੇ ਨੇ, ਇਹਨਾਂ ਦੇ ਵਿੱਚੋਂ ਜੋ ਔਰੰਗਜ਼ੇਬ ਆ ਉਹ ਜੇਤੂ ਰਹਿੰਦਾ ਹੈ। ਇੱਥੇ ਕੀ ਹੁੰਦਾ ਜੀ, ਜਦੋਂ ਔਰੰਗਜ਼ੇਬ ਜਿੱਤ ਲੈਂਦਾ ਹੈ ਇਹਨਾਂ ਸੰਘਰਸ਼ ਦੇ ਸਾਰੇ ਜੋ ਯੁੱਧ ਹੁੰਦੇ ਨੇ ਇਹਨਾਂ ਨੂੰ, ਅਤੇ ਇਸ ਤੋਂ ਬਾਅਦ ਇਹ ਜੀ ਸ਼ਾਹਜਹਾਂ ਨੂੰ ਜਾ ਕੇ, ਯਾਨੀ ਕਿ ਆਪਣੇ ਪਿਤਾ ਨੂੰ ਜਾ ਕੇ ਆਗਰੇ ਦੇ ਕਿਲ੍ਹੇ ਦੇ ਵਿੱਚ ਕੈਦ ਕਰ ਲੈਂਦਾ ਹੈ ਅਤੇ ਆਗਰੇ ਦੇ ਕਿਲ੍ਹੇ ਦੇ ਵਿੱਚ ਕੈਦ ਦੇ ਵਿੱਚ ਰਹਿੰਦੇ ਹੋਏ ਹੀ ਸ਼ਾਹਜਹਾਂ ਦੀ ਮੌਤ ਹੋ ਜਾਂਦੀ ਹੈ। ਇਸ ਦੇ ਬਾਰੇ ਜੀ ਆਪਾਂ ਲਾਸਟ ਵੀਡੀਓ ਦੇ ਵਿੱਚ ਬਹੁਤ ਡਿਟੇਲ ਨਾਲ ਪੜ੍ਹਿਆ ਸੀ। ਇੱਥੇ ਤੁਹਾਡੇ ਲਈ ਜੀ ਇੱਕ ਪ੍ਰਸ਼ਨ ਹੈ, ਤੁਸੀਂ ਦੱਸਣਾ ਹੈ ਕਿ ਜੋ ਸ਼ਾਹਜਹਾਂ ਜੀ, ਇਸ ਨੂੰ 1657 ਈਸਵੀ ਦੇ ਵਿੱਚ ਕੈਦ ਤਾਂ ਕਰ ਲਿਆ ਸੀ ਆਗਰੇ ਦੇ ਕਿਲ੍ਹੇ ਦੇ ਵਿੱਚ, ਪਰ ਇਸ ਦੀ ਮੌਤ ਕਦੋਂ ਹੋਈ ਹੈ? ਜੋ ਸ਼ਾਹਜਹਾਂ, ਇਸ ਦੀ ਮੌਤ ਕਿਸ ਸਾਲ ਦੇ ਵਿੱਚ ਹੋਈ ਹੈ, ਇਹ ਤੁਸੀਂ ਕਮੈਂਟਸ ਦੇ ਵਿੱਚ ਦੱਸਣਾ ਹੈ। ਲਾਸਟ ਵੀਡੀਓ ਦੇ ਵਿੱਚ ਆਪਾਂ ਇਸ ਦੇ ਬਾਰੇ ਪੜ੍ਹਿਆ ਸੀ। ਹੁਣ ਆਪਾਂ ਪੜ੍ਹਦੇ ਹਾਂ ਜੀ ਕਿ ਔਰੰਗਜ਼ੇਬ ਦਾ ਰਾਜ ਤਿਲਕ ਕਦੋਂ ਹੋਇਆ। ਜੋ ਔਰੰਗਜ਼ੇਬ ਆ ਜੀ, ਇਸ ਦਾ ਰਾਜ ਤਿਲਕ 2 ਵਾਰ ਹੋਇਆ। ਜਿਸ ਤਰ੍ਹਾਂ ਅਕਬਰ ਦਾ ਰਾਜ ਤਿਲਕ ਆਪਾਂ ਪੜ੍ਹਿਆ ਸੀ ਕਿ 2 ਵਾਰ ਹੋਇਆ ਸੀ, ਇੱਕ ਵਾਰੀ ਪੰਜਾਬ 'ਚ, ਦੂਸਰੀ ਵਾਰੀ ਦਿੱਲੀ ਦੇ ਵਿੱਚ। ਜੋ ਔਰੰਗਜ਼ੇਬ ਆ ਜੀ, ਇਸ ਦੇ ਨਾਲ ਵੀ ਇੱਦਾਂ ਹੀ ਹੋਇਆ। ਇਸ ਦਾ ਵੀ ਜੋ ਰਾਜ ਅਭਿਸ਼ੇਕ ਆ ਜਾਂ ਰਾਜ ਤਿਲਕ ਹੈ ਜੀ, ਇਹ 2 ਵਾਰ ਹੋਇਆ। ਇਹ ਕਿਹੜੀਆਂ ਜਗ੍ਹਾਵਾਂ 'ਤੇ ਕਦੋਂ ਹੋਇਆ, ਇਹ ਹੁਣ ਆਪਾਂ ਵੇਖ ਲੈਂਦੇ ਹਾਂ। ਜੋ ਔਰੰਗਜ਼ੇਬ ਆ ਜੀ, ਇਸ ਦਾ ਪਹਿਲਾ ਰਾਜ ਤਿਲਕ ਹੋਇਆ ਸੀ 31 ਜੁਲਾਈ 1658 ਨੂੰ ਆਗਰਾ ਦੇ ਵਿੱਚ। ਇਸ ਸਮੇਂ ਜੋ ਔਰੰਗਜ਼ੇਬ ਆ ਜੀ, ਇਸ ਨੇ ਇੱਕ ਉਪਾਧੀ ਲਈ ਸੀ। ਜੋ ਆਪਾਂ ਸ਼ੁਰੂ ਦੇ ਵਿੱਚ ਔਰੰਗਜ਼ੇਬ ਦਾ ਪੂਰਾ ਨਾਮ ਪੜ੍ਹਿਆ ਜੀ, ਉਸ ਦੇ ਵਿੱਚ ਇਸ ਦੀ ਉਪਾਧੀ ਹੈ ਜੋ ਇਨਕਲੂਡ ਹੋ ਜਾਂਦੀ ਹੈ। ਉਹ ਉਪਾਧੀ ਇਸ ਦੇ ਨਾਮ ਦੇ ਨਾਲ ਜੋੜ ਕੇ ਹੀ ਆਪਾਂ ਪੂਰਾ ਨਾਮ ਇਸ ਦਾ ਪੜ੍ਹਦੇ ਹਾਂ। ਠੀਕ ਹੈ ਜੀ, ਉਹ ਇੱਥੇ ਉਪਾਧੀ ਇਸ ਦੇ ਨਾਂ ਦੇ ਵਿੱਚ ਹੀ ਹੈ। ਹੁਣ ਆਪਾਂ ਉਸ ਨੂੰ ਦੇਖ ਲੈਂਦੇ ਹਾਂ। ਇਹ ਪੂਰੀ ਉਪਾਧੀ ਬਣਦੀ ਹੈ ਜੀ ਅਵਲ ਮੁਜ਼ੱਫਰ ਮੁਹੰਮਦੀਨ ਮੁਹੰਮਦ ਔਰੰਗਜ਼ੇਬ ਆਲਮਗੀਰ। ਠੀਕ ਹੈ ਜੀ, ਇਸ ਦੇ ਪੂਰੇ ਨਾਮ ਦੇ ਨਾਲ ਹੀ ਇਸ ਦੀ ਉਪਾਧੀ ਲੱਗੀ ਹੋਈ ਹੈ। ਇਹ ਤੁਸੀਂ ਯਾਦ ਰੱਖ ਲੈਣਾ ਆ। ਇਸ ਤੋਂ ਬਾਅਦ ਜੋ ਅਗਲਾ ਇਸ ਦਾ ਰਾਜ ਤਿਲਕ ਹੋਇਆ, ਉਹ ਹੋਇਆ ਜੀ 1659 ਈਸਵੀ ਦੇ ਵਿੱਚ। 1659 ਈਸਵੀ ਦੇ ਵਿੱਚ ਜੀ ਇਸ ਨੇ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਜੀ ਖੁਜਵਾ ਦੇ ਯੁੱਧ ਦੇ ਵਿੱਚ ਹਰਾਤਾ ਸੀ। ਅਤੇ ਇਸ ਤੋਂ ਬਾਅਦ ਕੀ ਹੈ ਜੀ, ਇਹ ਦਿੱਲੀ ਦੇ ਵਿੱਚ ਐਂਟਰ ਹੁੰਦਾ ਹੈ। ਅਤੇ ਦਿੱਲੀ ਦੇ ਵਿੱਚ ਐਂਟਰ ਹੋ ਕੇ ਜੋ ਔਰੰਗਜ਼ੇਬ ਹੈ ਜੀ, ਇਹ 5 ਮਈ 1659 ਨੂੰ ਇਹ ਆਪਣਾ ਦੂਜੀ ਵਾਰੀ ਰਾਜ ਅਭਿਸ਼ੇਕ ਕਰਾਉਂਦਾ ਹੈ। ਠੀਕ ਹੈ ਜੀ, ਇਸ ਤਰ੍ਹਾਂ ਇਸ ਦਾ ਵੀ ਜੋ ਰਾਜ ਤਿਲਕ ਆ ਉਹ 2 ਵਾਰੀ ਹੁੰਦਾ ਹੈ ਅਤੇ ਇਹ ਸ਼ਾਸਕ ਬਣ ਜਾਂਦਾ ਹੈ। ਹੁਣ ਆਪਾਂ ਦੇਖਦੇ ਹਾਂ ਜੀ ਕਿ ਜਦੋਂ ਔਰੰਗਜ਼ੇਬ ਸ਼ਾਸਕ ਬਣ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੋ ਇਸ ਦੀ ਧਾਰਮਿਕ ਨੀਤੀ ਆ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ। ਜੋ ਔਰੰਗਜ਼ੇਬ ਆ ਜੀ, ਇੱਕ ਕੱਟੜ ਸੁੰਨੀ ਮੁਸਲਮਾਨ ਸੀ। ਇਸ ਨੇ ਆਪਣੇ ਸ਼ਾਸਨ ਦਾ ਜੋ ਆਧਾਰ ਬਣਾਇਆ ਸੀ ਉਹ ਕੁਰਾਨ ਨੂੰ ਬਣਾਇਆ ਸੀ, ਯਾਨੀ ਕਿ ਇਹ ਇਸਲਾਮ ਦੇ ਅਨੁਸਾਰ ਹੀ ਆਪਣਾ ਜੋ ਸ਼ਾਸਨ ਆ ਉਹ ਚਲਾਉਂਦਾ ਸੀ। ਆਪਾਂ ਪੜ੍ਹਿਆ ਸੀ ਕਿ ਜੋ ਅਕਬਰ ਸੀ ਜੀ, ਉਹ ਸਾਰੇ ਧਰਮਾਂ ਨੂੰ ਬਰਾਬਰ ਸਮਝਣ ਲੱਗ ਗਿਆ ਸੀ। ਅਤੇ ਜੋ ਇਹ ਔਰੰਗਜ਼ੇਬ ਆ ਜੀ, ਇਹ ਅਕਬਰ ਤੋਂ ਬਿਲਕੁਲ ਉਲਟ ਸੀ। ਇਹ ਕੀ ਹੈ ਜੀ, ਇਹ ਸਿਰਫ ਸੁੰਨੀ ਮੁਸਲਮਾਨਾਂ ਨੂੰ ਹੀ ਸਹੀ ਮੰਨਦਾ ਸੀ ਅਤੇ ਇਸਲਾਮ ਦੇ ਅਨੁਸਾਰ ਹੀ ਆਪਣਾ ਧਰਮ ਚਲਾਉਂਦਾ ਸੀ। ਠੀਕ ਹੈ ਜੀ, ਇਹ ਬਾਕੀ ਧਰਮਾਂ ਨੂੰ ਸਹੀ ਨਹੀਂ ਮੰਨਦਾ ਸੀ। ਜੋ ਔਰੰਗਜ਼ੇਬ ਹੈ, ਇਹ ਭਾਰਤ ਨੂੰ ਜੀ ਦਾਰੁਲ ਹਰਬ ਯਾਨੀ ਕਿ ਕਾਫਰਾਂ ਦਾ ਦੇਸ਼ ਮੰਨਦਾ ਸੀ। ਕਾਫਰ ਕੌਣ ਹੁੰਦੇ ਆ ਜੀ? ਇਹ ਉਹਨਾਂ ਨੂੰ ਕਾਫਰ ਮੰਨਦੇ ਸੀ ਜੋ ਇਸਲਾਮ ਧਰਮ ਦੇ ਲੋਕ ਉਸ ਸਮੇਂ ਸੀ, ਕਿ ਜੋ ਦੂਸਰੇ ਅਦਰ ਕਿਸੇ ਵੀ ਰਿਲੀਜਨ ਨੂੰ ਫੋਲੋ ਕਰਦੇ ਸੀ ਉਹਨਾਂ ਨੂੰ ਇਹ ਕਾਫਰ ਮੰਨਦੇ ਸੀ। ਠੀਕ ਹੈ ਜੀ, ਜਾਂ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਇੱਕ ਪ੍ਰਕਾਰ ਦਾ ਉਹਨਾਂ ਨੂੰ ਸਹੀ ਨਹੀਂ ਮੰਨਦੇ ਸੀ। ਅਤੇ ਜੋ ਔਰੰਗਜ਼ੇਬ ਹੈ, ਇਹ ਭਾਰਤ ਨੂੰ ਦਾਰੁਲ ਹਰਫ ਤੋਂ ਜੀ ਇਹ ਦਾਰੁਲ ਇਸਲਾਮ ਬਣਾਉਣਾ ਚਾਹੁੰਦਾ ਸੀ, ਯਾਨੀ ਕਿ ਇੱਕ ਇਸਲਾਮਿਕ ਦੇਸ਼ ਬਣਾਉਣਾ ਚਾਹੁੰਦਾ ਸੀ। ਇਹ ਉਸ ਸਮੇਂ ਦੀ ਸੋਚ ਹੈ ਜੀ, ਇਸ ਨੂੰ ਅੱਜ 'ਤੇ ਲਾਗੂ ਆਪਾਂ ਨੂੰ ਨਹੀਂ ਕਰਨਾ ਚਾਹੀਦਾ। ਠੀਕ ਹੈ ਜੀ, ਕਈ ਵਾਰ ਸਰਕਾਰਾਂ ਤੁਹਾਨੂੰ ਪਤਾ ਜੀ ਜਾਂ ਨੇਤਾ ਲੋਕ ਹੁਣ ਵੀ ਇਹਨਾਂ ਚੀਜ਼ਾਂ ਦਾ ਫਾਇਦਾ ਉਠਾਉਂਦੇ ਆ। ਹਿੰਦੂ ਮੁਸਲਮਾਨ, ਸਿੱਖ ਹਿੰਦੂ, ਇਹਨਾਂ ਚੀਜ਼ਾਂ ਦੇ ਜੋ ਪੁਰਾਣੇ ਜ਼ਮਾਨੇ ਦੇ ਵਿੱਚ ਰੌਲੇ ਹੋਏ ਆ, ਉਹ ਚੀਜ਼ਾਂ ਬਹੁਤ ਟਾਈਮ ਪਹਿਲਾਂ ਸੀ। ਉਹਨਾਂ ਨੂੰ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਨੂੰ ਲਾਗੂ ਕਰਨ ਤੋਂ ਰੋਕਣਾ ਚਾਹੀਦਾ ਹੈ। ਠੀਕ ਹੈ ਜੀ, ਫਿਰ ਕੀ ਹੁੰਦਾ ਹੈ, ਜੋ ਇਹ ਔਰੰਗਜ਼ੇਬ ਸੀ ਜੀ, ਇਸ ਨੇ ਹਿੰਦੂਆਂ ਦੇ ਉੱਪਰ ਜਜ਼ੀਆ ਕਰ ਲਗਾ ਦਿੱਤਾ ਸੀ। ਇਹ ਜਜ਼ੀਆ ਕਰ ਹੁੰਦਾ ਸੀ ਜੀ ਇੱਕ ਧਾਰਮਿਕ ਕਰ, ਜੋ ਹਿੰਦੂਆਂ ਨੂੰ ਆਪਣੇ ਹਿੰਦੂ ਹੋਣ ਦੇ ਉੱਪਰ ਦੇਣਾ ਪੈਂਦਾ ਸੀ, ਜਾਂ ਉਹ ਕੋਈ ਧਾਰਮਿਕ ਯਾਤਰਾ ਕਰਦੇ ਸੀ ਤਾਂ ਉਸ ਦੇ ਉੱਪਰ ਵੀ ਉਹਨਾਂ ਨੂੰ ਇਹ ਜੋ ਕਰ ਹੈ ਇਹ ਦੇਣੇ ਪੈਂਦੇ ਸੀ। ਇਸ ਤੋਂ ਇਲਾਵਾ ਜੋ ਔਰੰਗਜ਼ੇਬ ਆ ਜੀ, ਇਸ ਨੇ ਹਿੰਦੂਆਂ ਦੇ ਕਈ ਮੰਦਰ ਵੀ ਤੁੜਵਾ ਦਿੱਤੇ ਸੀ। ਔਰੰਗਜ਼ੇਬ ਨੇ ਜੀ ਇਸਲਾਮ ਧਰਮ ਨੂੰ ਨਾ ਸਵੀਕਾਰ ਕਰਨ ਕਾਰਨ 9ਵੇਂ ਸਿੱਖ ਗੁਰੂ, ਜਿਨ੍ਹਾਂ ਦਾ ਨਾਮ ਸੀ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ, ਉਹਨਾਂ ਨੂੰ ਜੀ ਦਿੱਲੀ ਦੇ ਵਿੱਚ ਸ਼ਹੀਦ ਕਰਤਾ ਸੀ, ਜੋ ਕਿ ਕੀਤਾ ਗਿਆ ਸੀ ਜੀ 1657 ਈਸਵੀ ਦੇ ਵਿੱਚ।
ਕਿਉਂਕਿ ਜੋ ਗੁਰੂ ਤੇਗ ਬਹਾਦਰ ਜੀ ਹੈ ਜੀ, ਇਹ ਜੋ ਕਸ਼ਮੀਰੀ ਪੰਡਤ ਸੀ, ਜਿਨ੍ਹਾਂ ਦੇ ਉੱਪਰ ਜੋ ਕਸ਼ਮੀਰੀ ਹਿੰਦੂ ਪੰਡਤ ਸੀ, ਉਹਨਾਂ ਦੇ ਉੱਪਰ ਜੋ ਜ਼ੁਲਮ ਹੋ ਰਹੇ ਸੀ ਮੁਗਲਾਂ ਦੇ ਦੁਆਰਾ, ਉਹਨਾਂ ਦੇ ਖਿਲਾਫ ਜੀ ਇਹਨਾਂ ਨੇ ਗੱਲ ਕੀਤੀ ਸੀ। ਅਤੇ ਜੋ ਇਸਲਾਮ ਧਰਮ ਦਾ ਇਹ ਔਰੰਗਜ਼ੇਬ ਸੀ ਜੀ, ਇਹ ਚਾਹੁੰਦਾ ਸੀ ਕਿ ਜੋ ਗੁਰੂ ਤੇਗ ਬਹਾਦਰ ਹੈ ਇਹ ਵੀ ਇਸਲਾਮ ਧਰਮ ਨੂੰ ਸਵੀਕਾਰ ਕਰ ਲੈਣ, ਪਰ ਉਹਨਾਂ ਨੇ ਇਹ ਕਰਨ ਤੋਂ ਨਾ ਕਰ ਦਿੱਤੀ। ਜਿਸ ਕਰਕੇ ਕੀ ਹੈ ਜੀ ਕਿ ਜੋ ਔਰੰਗਜ਼ੇਬ ਹੈ, ਇਹਨਾਂ ਨੇ ਬਹੁਤ ਸਾਰੇ ਤਸੀਹੇ ਦੇ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ। ਠੀਕ ਹੈ ਜੀ, ਇਸ ਤਰ੍ਹਾਂ ਆਪਾਂ ਸਮਝ ਸਕਦੇ ਹਾਂ ਕਿ ਇਸ ਦੀ ਕਿੰਨੀ ਕੱਟੜ ਸੋਚ ਸੀ ਆਪਣੇ ਧਰਮ ਬਾਰੇ ਅਤੇ ਦੂਸਰੇ ਧਰਮਾਂ ਨੂੰ ਲੈ ਕੇ। ਇੱਥੇ ਜੀ ਹੁਣ ਜੋ ਆਪਾਂ ਇਤਿਹਾਸ ਪੜ੍ਹ ਰਹੇ ਹਾਂ, ਇਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜੋ ਮੁਸਲਮਾਨ ਸ਼ਾਸਕ ਸੀ ਜੀ, ਇਹਨਾਂ ਦੇ ਦੁਆਰਾ ਹਿੰਦੂਆਂ ਦੇ ਉੱਪਰ, ਸਿੱਖਾਂ ਦੇ ਉੱਪਰ ਜਾਂ ਬਾਕੀ ਐਨੀ ਅਦਰ ਜੋ ਵੀ ਉਸ ਸਮੇਂ ਧਰਮ ਸੀ, ਉਹਨਾਂ ਦੇ ਉੱਪਰ ਬਹੁਤ ਵਾਰ ਜ਼ੁਲਮ ਕੀਤੇ ਜਾਂਦੇ ਸੀ। ਠੀਕ ਹੈ ਜੀ, ਇਸ ਨੂੰ ਪੜ੍ਹ ਕੇ ਤੁਹਾਨੂੰ ਕਿਸੇ ਵੀ ਟਾਈਪ ਦੀ ਹੇਟ ਨਹੀਂ ਆਪਣੇ ਦਿਲ ਦੇ ਵਿੱਚ ਰੱਖਣੀ ਚਾਹੀਦੀ ਕਿ ਆਪਾਂ ਦੂਸਰੇ ਧਰਮ ਪ੍ਰਤੀ ਜਾਂ ਹਿੰਦੂ ਧਰਮ ਪ੍ਰਤੀ ਜਾਂ ਮੁਸਲਮਾਨ ਧਰਮ ਪ੍ਰਤੀ ਆਪਾਂ ਨਫ਼ਰਤ ਰੱਖੀਏ ਕਿਸੇ ਵੀ ਧਰਮ ਦੇ ਪ੍ਰਤੀ। ਠੀਕ ਹੈ ਜੀ, ਕਿਉਂਕਿ ਜੋ ਇਹ ਗੱਲਾਂ ਸੀ ਇਹ ਬਹੁਤ ਟਾਈਮ ਪਹਿਲਾਂ ਦੀਆਂ ਸੀ, ਅਤੇ ਇਸ ਸਮੇਂ ਜੋ ਲੋਕ ਸੀ ਉਹ ਰਾਜੇ ਸੀ ਜੀ, ਉਹਨਾਂ ਦੀ ਸੋਚ ਅੱਜ ਦੇ ਆਪਣੇ ਆਮ ਜੀਵਨ ਵਰਗੀ ਨਹੀਂ ਹੋ ਸਕਦੀ। ਹੁਣ ਆਪਾਂ ਨੂੰ ਇਹ ਚੀਜ਼ਾਂ ਨੂੰ ਅੱਜ ਦੇ ਜੀਵਨ ਦੇ ਵਿੱਚ ਲਾਗੂ ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਹੁੰਦੇ ਨੇ ਜੋ ਹੁਣ ਵੀ ਇਹਨਾਂ ਚੀਜ਼ਾਂ ਦੇ ਉੱਪਰ ਬੈਠੇ ਰਹਿੰਦੇ ਨੇ, ਜੇ ਆਹ ਹੋਇਆ ਸੀ ਪੁਰਾਣੇ ਜ਼ਮਾਨੇ ਦੇ ਵਿੱਚ, ਆਹ ਹੋਇਆ ਸੀ ਆਪਣੇ ਦੇਸ਼ ਦੇ ਵਿੱਚ, ਤਾਂ ਖਾਸ ਕਰਕੇ ਆਪਣੇ ਦੇਸ਼ ਦੇ ਵਿੱਚ ਜੋ ਪੜ੍ਹੇ ਲਿਖੇ ਅਨਪੜ੍ਹਾਂ ਦੀ ਗਿਣਤੀ ਕੁਛ ਜ਼ਿਆਦਾ ਹੀ ਹੈ। ਇੱਥੇ ਕੀ ਹੁੰਦਾ ਹੈ ਜੀ ਕਿ ਕਿਸੇ ਦੇ ਧਰਮ ਦੇ ਬਾਰੇ ਜਾਂ ਕਿਸੇ ਦੇ ਬਾਰੇ ਵੀ ਕੋਈ ਵੀ ਚੀਜ਼ ਪੁਰਾਣੀ ਕੱਢ ਕੇ ਲਿਆਓ ਕਿ ਬਹੁਤ ਸਾਲ ਪਹਿਲਾਂ, ਹਜ਼ਾਰਾਂ ਸਾਲ ਪਹਿਲਾਂ ਤੁਹਾਡਾ ਇੱਥੇ ਮੰਦਿਰ ਸੀ, ਜਾਂ ਤੁਹਾਡਾ ਇੱਥੇ ਗੁਰਦੁਆਰਾ ਸੀ, ਜਾਂ ਤੁਹਾਡੀ ਇੱਥੇ ਮਸਜਿਦ ਸੀ, ਉਹ ਆਹ ਧਰਮ ਨੇ ਤੋੜਤੀ ਸੀ, ਤਾਂ ਲੋਕ ਇੱਥੇ ਪਾਗਲ ਹੋ ਜਾਂਦੇ ਨੇ ਜੀ। ਉਹ ਇੱਕ ਦੂਸਰੇ ਨੂੰ ਮਾਰਨ ਲੱਗ ਜਾਂਦੇ ਨੇ। ਜੋ ਬਹੁਤ ਟਾਈਮ ਪਹਿਲਾਂ ਚੀਜ਼ਾਂ ਹੋਈਆਂ, ਉਹ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦਾ ਕੀ ਕਸੂਰ ਆ ਜੀ। ਜੋ ਵਿਅਕਤੀ ਅੱਜ ਰਹਿ ਰਹੇ ਨੇ ਉਸ ਧਰਮ ਦੇ, ਜਾਂ ਆਪਾਂ ਰਹਿ ਰਹੇ ਹਾਂ, ਜਾਂ ਕੋਈ ਹੋਰ ਧਰਮ ਦਾ ਰਹਿ ਰਿਹਾ, ਤਾਂ ਉਹ ਤਾਂ ਉਸ ਟਾਈਮ ਦਾ, ਉਹਦਾ ਤਾਂ ਕੋਈ ਵੱਡਾ ਵਡੇਰਾ ਵੀ ਉਸ ਟਾਈਮ ਦਾ ਜਿੰਦਾ ਨਹੀਂ ਹੋਣਾ ਜੀ, ਤਾਂ ਉਸਨੂੰ ਕੀ ਪਤਾ ਵੀ ਉਸ ਸਮੇਂ ਕੀ ਹੋਇਆ ਸੀ। ਇਹਨਾਂ ਚੀਜ਼ਾਂ ਦਾ ਜੋ ਫਾਇਦਾ ਹੈ ਸਰਕਾਰਾਂ ਦੁਆਰਾ ਜੀ, ਨੇਤਾ ਲੋਕਾਂ ਦੁਆਰਾ ਉਠਾਇਆ ਜਾਂਦਾ, ਅਤੇ ਅਜਿਹੀਆਂ ਚੀਜ਼ਾਂ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ। ਆਪਾਂ ਨੂੰ ਕਿਸੇ ਵੀ ਵਿਅਕਤੀ ਪ੍ਰਤੀ, ਕਿਸੇ ਜਾਤ ਪ੍ਰਤੀ, ਕਿਸੇ ਧਰਮ ਪ੍ਰਤੀ ਨਫ਼ਰਤ ਨਹੀਂ ਰੱਖਣੀ ਚਾਹੀਦੀ। ਬਾਕੀ ਇੱਕ ਛੋਟੀ ਜਿਹੀ ਗੱਲ ਜੀ, ਜੋ ਨੇਤਾ ਲੋਕ ਹੁੰਦੇ ਨੇ, ਜੋ ਸਰਕਾਰ ਦੇ ਵਿੱਚ ਹੁੰਦੇ ਨੇ, ਪਾਵਰ ਦੇ ਵਿੱਚ ਹੁੰਦੇ ਨੇ, ਉਹਨਾਂ ਨੂੰ ਸਿਰਫ ਆਪਣੀ ਪਾਵਰ ਦੇ ਨਾਲ ਪਿਆਰ ਹੁੰਦਾ ਹੈ, ਉਹ ਕਿਸੇ ਵੀ ਧਰਮ ਦੇ ਨਹੀਂ ਹੁੰਦੇ। ਜੋ ਝੂਠ ਬੋਲਣ ਵਾਲੇ ਆ ਜੀ, ਉਹ ਗੀਤਾ ਦੇ ਉੱਪਰ ਹੱਥ ਰੱਖ ਕੇ ਜਾਂ ਕੁਰਾਨ ਸ਼ਰੀਫ ਦੇ ਉੱਪਰ ਹੱਥ ਰੱਖ ਕੇ ਵੀ ਝੂਠ ਬੋਲ ਦੇਣਗੇ। ਤਾਂ ਜਿਵੇਂ ਕਿ ਤੁਸੀਂ ਦੇਖਿਆ ਹੀ ਐਗਜ਼ਾਮਪਲ ਤੁਹਾਡੇ ਸਾਹਮਣੇ ਕਿ ਜਿਨ੍ਹਾਂ ਨੇ ਝੂਠ ਬੋਲਣਾ ਉਹ ਗੁਟਕਾ ਸਾਹਿਬ ਚੱਕ ਕੇ ਵੀ ਝੂਠ ਬੋਲ ਹੀ ਦਿੰਦੇ ਨੇ। ਠੀਕ ਹੈ ਜੀ, ਇਸ ਲਈ ਆਪਾਂ ਨੂੰ ਕਿਸੇ ਵੀ ਧਰਮ ਦੇ ਪ੍ਰਤੀ ਨਹੀਂ ਕੋਈ ਵੀ ਨਫ਼ਰਤ ਰੱਖਣੀ ਚਾਹੀਦੀ। ਜੋ ਚੀਜ਼ਾਂ ਹੋਈਆਂ ਬਹੁਤ ਟਾਈਮ ਪਹਿਲਾਂ ਦੀਆਂ ਸੀ। ਇਹ ਮੇਰੇ ਪਰਸਨਲ ਓਪੀਨੀਅਨ ਹੈ ਜੀ। ਬਾਕੀ ਤੁਹਾਡੇ ਕੀ ਓਪੀਨੀਅਨ ਹੈ ਇਹਨਾਂ ਚੀਜ਼ਾਂ ਬਾਰੇ, ਤੁਸੀਂ ਆਪਣੇ ਕਮੈਂਟਸ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ। ਜੋ ਵੀ ਤੁਹਾਨੂੰ ਸਹੀ ਲੱਗੇ ਉਹ ਤੁਸੀਂ ਦੱਸ ਸਕਦੇ ਹੋ। ਹੁਣ ਆਪਾਂ ਵੇਖ ਲੈਂਦੇ ਹਾਂ ਜੀ ਧਾਰਮਿਕ ਨੀਤੀ ਤੋਂ ਬਾਅਦ ਕੁਝ ਹੋਰ ਮੇਨ ਪੁਆਇੰਟਸ ਜਿਨ੍ਹਾਂ ਦੇ ਵਿੱਚੋਂ ਆਪਣੇ ਨੂੰ ਪ੍ਰਸ਼ਨ ਪੁੱਛੇ ਜਾ ਸਕਦੇ ਨੇ। ਜੋ ਔਰੰਗਜ਼ੇਬ ਆ ਜੀ, ਇਸ ਨੇ ਆਪਣੇ ਦਰਬਾਰ ਦੇ ਵਿੱਚ ਜੋ ਸੰਗੀਤ ਸੀ ਅਤੇ ਜੋ ਨਾਚ ਗਾਣੇ ਦਾ ਪ੍ਰੋਗਰਾਮ ਹੁੰਦਾ ਸੀ, ਉਸ ਨੂੰ ਪੂਰਨ ਤੌਰ 'ਤੇ ਬੰਦ ਕਰ ਦਿੱਤਾ ਸੀ, ਕਿਉਂਕਿ ਇਹ ਇਸਲਾਮ ਦੇ ਅਨੁਸਾਰ ਹੀ ਆਪਣਾ ਸ਼ਾਸਨ ਕਰਨਾ ਚਾਹੁੰਦਾ ਸੀ। ਅਤੇ ਉਸ ਦੇ ਵਿੱਚ ਜੀ ਇੱਦਾਂ ਗੀਤ ਸੰਗੀਤ ਜੋ ਨਾਚ ਗਾਣਾ ਹੁੰਦਾ ਸੀ, ਇਹ ਦਰਬਾਰ ਦੇ ਵਿੱਚ ਕਰਨ ਦੀ ਕਿਤੇ ਵੀ ਗੱਲ ਨਹੀਂ ਲਿਖੀ ਸੀ, ਇਸ ਲਈ ਇਸ ਨੇ ਬੰਦ ਕਰ ਦਿੱਤਾ ਸੀ। ਜੋ ਔਰੰਗਜ਼ੇਬ ਆ ਜੀ, ਇਹ ਖੁਦ ਜੋ ਵੀਨਾ ਸਾਜ਼ ਹੁੰਦਾ ਹੈ ਜੀ, ਇਹ ਉਸ ਨੂੰ ਵਜਾਉਂਦਾ ਸੀ। ਇੱਕ ਸਤਾਰ ਟਾਈਪ ਸਾਜ਼ ਹੁੰਦਾ, ਉਹ ਇਸ ਨੂੰ ਵਜਾਉਂਦਾ ਸੀ। ਇਸ ਨੇ ਜੀ ਕੁਝ ਹੋਰ ਵੀ ਕੰਮ ਕੀਤੇ ਆ, ਉਹ ਵੀ ਦੇਖ ਲੈਂਦੇ ਆ। ਇਸ ਨੇ ਜੀ ਨੌਰੋਜ਼, ਸਿਜਦਾ, ਪਾਬੋਸ, ਤਿਲਕ ਕਰਨਾ, ਸਿੱਕਿਆਂ ਉੱਪਰ ਕਲਮਾ ਲਿਖਵਾਉਣਾ, ਹੋਲੀ, ਦੀਵਾਲੀ, ਇੱਦਾਂ ਦੇ ਜੋ ਤਿਉਹਾਰ ਮਨਾਉਣੇ ਸੀ ਜੀ, ਇਹਨਾਂ 'ਤੇ ਵੀ ਪੂਰਨ ਤੌਰ 'ਤੇ ਰੋਕ ਲਗਾ ਦਿੱਤੀ ਸੀ। ਠੀਕ ਹੈ ਜੀ। ਔਰੰਗਜ਼ੇਬ ਦੇ ਸਮੇਂ ਦੇ ਵਿੱਚ ਜੋ ਮੁਗਲ ਸੈਨਾ ਜੀ, ਇਸ ਦੇ ਵਿੱਚ ਸਭ ਤੋਂ ਵੱਧ ਹਿੰਦੂ ਸੈਨਾਪਤੀ ਸੀ। ਲਗਭਗ ਸੀ ਇਹ 1/3% ਜੋ ਹਿੰਦੂ ਸੈਨਾਪਤੀ ਸੀ, ਉਹ ਔਰੰਗਜ਼ੇਬ ਦੇ ਸਮੇਂ ਦੇ ਵਿੱਚ ਇਸ ਦੇ ਸੈਨਾ ਦੇ ਵਿੱਚ ਕੰਮ ਕਰਦੇ ਸੀ, ਜੋ ਕਿ ਇਸ ਤੋਂ ਪਹਿਲਾਂ ਜੀ ਕਿਸੇ ਵੀ ਮੁਗਲ ਸ਼ਾਸਕ ਦੇ ਸਮੇਂ ਦੇ ਵਿੱਚ ਨਹੀਂ ਹੁੰਦੇ ਸੀ। ਇਹ ਸਭ ਮੁਗਲ ਸ਼ਾਸਕਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਹਿੰਦੂ ਲੋਕ ਕੰਮ ਕਰਦੇ ਸੀ, ਉਹ ਔਰੰਗਜ਼ੇਬ ਦੇ ਸਮੇਂ ਦੇ ਵਿੱਚ ਸੈਨਾਪਤੀ ਦੇ ਪਦ 'ਤੇ ਕੰਮ ਕਰਨ ਵਾਲੇ ਸਨ। ਇਹ ਵੀ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਆ ਜਾਂਦਾ ਹੈ ਜੀ ਔਰੰਗਜ਼ੇਬ ਦੇ ਬਾਰੇ, ਇਸ ਨੂੰ ਆਪਾਂ ਯਾਦ ਰੱਖਣਾ ਹੈ। ਜੋ ਔਰੰਗਜ਼ੇਬ ਹੈ ਜੀ, ਇਸ ਨੇ ਵੈਸ਼ਵਾ ਘਰਾਂ ਨੂੰ ਵੀ ਬੰਦ ਕਰਵਾ ਦਿੱਤਾ ਸੀ, ਯਾਨੀ ਕਿ ਜੋ ਰੈੱਡ ਲਾਈਟ ਏਰੀਆ ਹੁੰਦੀ ਹੈ ਜੀ, ਉਸ ਨੂੰ ਇਸਨੇ ਪੂਰਨ ਤੌਰ 'ਤੇ ਬੰਦ ਕਰਵਾ ਦਿੱਤਾ ਸੀ। ਜੋ ਔਰੰਗਜ਼ੇਬ ਆ ਜੀ, ਇਸ ਨੂੰ ਜੋ ਮੁਸਲਮਾਨ ਲੋਕ ਸੀ ਉਸ ਸਮੇਂ ਦੇ, ਉਹ ਇਸ ਨੂੰ ਜਿੰਦਾ ਪੀਰ ਕਹਿੰਦੇ ਸੀ। ਪੀਰ ਦਾ ਮਤਲਬ ਹੁੰਦਾ ਹੈ ਜੀ ਰੱਬ ਕਹਿ ਸਕਦੇ ਹਾਂ ਜਾਂ ਦੇਵਤਾ ਕਹਿ ਸਕਦੇ ਹਾਂ, ਜੋ ਮੁਸਲਿਮ ਧਰਮ ਦੇ ਵਿੱਚ ਮੰਨਿਆ ਜਾਂਦਾ ਹੈ। ਉਹ ਇਸ ਨੂੰ ਜਿੰਦਾ ਪੀਰ ਇਸ ਲਈ ਕਹਿੰਦੇ ਸੀ ਕਿਉਂਕਿ ਜੀ ਇਸ ਨੇ ਬਹੁਤ ਸਾਰੇ ਸੁਧਾਰ ਵੀ ਕੀਤੇ ਸੀ। ਠੀਕ ਹੈ, ਜਿੱਥੇ ਬੁਰੇ ਕੰਮ ਕੀਤੇ ਸੀ, ਕੁਛ ਚੰਗੇ ਕੰਮ ਵੀ ਇਸ ਦੇ ਦੁਆਰਾ ਕੀਤੇ ਗਏ ਸੀ, ਇਸ ਲਈ ਜੋ ਮੁਸਲਿਮ ਲੋਕ ਆ ਉਹ ਇਸ ਨੂੰ ਜਿੰਦਾ ਪੀਰ ਕਹਿੰਦੇ ਸੀ। ਇਸ ਤੋਂ ਇਲਾਵਾ ਜੋ ਔਰੰਗਜ਼ੇਬ ਆ ਜੀ, ਇਹ ਆਪਣੇ ਸ਼ਾਸਨ ਕਾਲ ਦੇ ਵਿੱਚ ਇੱਕ ਹੋਰ ਨਾਮ ਨਾਲ ਵੀ ਮਸ਼ਹੂਰ ਹੋਇਆ, ਜਿਹੜਾ ਕਿ ਲਿਆ ਜਾਂਦਾ ਸੀ ਆਲਮਗੀਰ। ਆਲਮਗੀਰ ਨਾਮ ਵੀ ਔਰੰਗਜ਼ੇਬ ਦਾ ਕਈ ਥਾਂ 'ਤੇ ਮੈਂਸ਼ਨ ਕੀਤਾ ਗਿਆ ਜੀ। ਇਹ ਵੀ ਤੁਸੀਂ ਯਾਦ ਰੱਖ ਲੈਣਾ ਕਿ ਜੋ ਆਲਮਗੀਰ ਨਾਮ ਹੈ, ਇਹ ਔਰੰਗਜ਼ੇਬ ਦਾ ਹੀ ਦੂਸਰਾ ਨਾਮ ਹੈ। ਆਪਾਂ ਹੁਣ ਤੱਕ ਇਹ ਤਾਂ ਪੜ੍ਹ ਚੁੱਕੇ ਹਾਂ ਜੀ ਕਿ ਜੋ ਔਰੰਗਜ਼ੇਬ ਹੈ, ਇਸ ਨੇ ਬਾਕੀ ਧਰਮਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਜ਼ੁਲਮ ਕੀਤੇ ਸੀ। ਇਸ ਨੇ ਚਾਹੇ ਜੋ ਗੱਲ ਕਰ ਲਈਏ ਹਿੰਦੂ ਧਰਮ ਦੀ, ਚਾਹੇ ਗੱਲ ਕਰ ਲਈਏ ਸਿੱਖ ਧਰਮ ਦੀ, ਇਸ ਨੇ ਟੋਟਲੀ ਜੋ ਸਭ ਧਰਮ ਸੀ ਮੁਸਲਮਾਨ ਧਰਮ ਨੂੰ ਛੱਡ ਕੇ ਜੀ ਉਹਨਾਂ ਦੇ ਉੱਪਰ ਜ਼ੁਲਮ ਕੀਤੇ ਸੀ। ਇਸ ਲਈ ਇਹ ਜ਼ਰੂਰੀ ਸੀ, ਇਹ ਲਾਜ਼ਮੀ ਬਣ ਜਾਂਦਾ ਸੀ ਕਿ ਜੋ ਬਾਕੀ ਧਰਮਾਂ ਦੇ ਲੋਕ ਨੇ ਉਹ ਇਸ ਦੇ ਖਿਲਾਫ ਵਿਦਰੋਹ ਕਰਨਗੇ। ਇਸ ਲਈ ਜੋ ਔਰੰਗਜ਼ੇਬ ਆ ਜੀ, ਇਸ ਦੇ ਸਮੇਂ ਦੇ ਵਿੱਚ ਵੱਖ-ਵੱਖ ਲੋਕਾਂ ਦੇ ਦੁਆਰਾ ਵਿਦਰੋਹ ਕੀਤੇ ਗਏ ਆ। ਇਹ ਕਿਹੜੇ-ਕਿਹੜੇ ਵਿਦਰੋਹ ਆ ਜੀ, ਕਿੰਨਾ ਦੇ ਦੁਆਰਾ ਕੀਤੇ ਗਏ, ਹੁਣ ਇਹਨਾਂ ਨੂੰ ਆਪਾਂ ਇੱਕ-ਇੱਕ ਕਰਕੇ ਪੜ੍ਹਦੇ ਹਾਂ।
ਜੋ ਸਭ ਤੋਂ ਪਹਿਲਾਂ ਵਿਦਰੋਹ ਕੀਤਾ ਗਿਆ ਸੀ ਇਹ ਕੀਤਾ ਗਿਆ ਸੀ ਜੀ ਜਾਟਾਂ ਦੁਆਰਾ, ਜਿਹੜਾ ਕੀਤਾ ਗਿਆ ਸੀ ਜੀ 1670 ਈਸਵੀ ਦੇ ਵਿੱਚ। 1670 ਈਸਵੀ ਦੇ ਵਿੱਚ ਜੀ ਜਾਟਾਂ ਨੇ ਔਰੰਗਜ਼ੇਬ ਦੇ ਵਿਰੁੱਧ ਵਿਦਰੋਹ ਕੀਤਾ। ਜਾਟਾਂ ਦੀ ਜੋ ਇਸ ਸਮੇਂ ਅਗਵਾਈ ਕਰ ਰਿਹਾ ਸੀ ਉਸ ਦਾ ਨਾਮ ਸੀ ਜੀ ਗੋਕੁਲ। ਜੋ ਗੋਕੁਲ ਹੈ ਜੀ ਇਸ ਦਾ ਵਿਦਰੋਹ ਦੇ ਵਿੱਚ ਕਾਫੀ ਵੱਡਾ ਇੱਕ ਯੋਗਦਾਨ ਸੀ। ਇਸ ਲਈ ਜੋ ਔਰੰਗਜ਼ੇਬ ਆ ਜੀ ਇਸ ਨੇ ਗੋਕੁਲ ਦਾ ਕਤਲ ਕਰਵਾ ਦਿੱਤਾ। ਗੋਕੁਲ ਦਾ ਕਤਲ ਕਰਵਾ ਦੇਣ ਤੋਂ ਬਾਅਦ ਜੋ ਰਾਜਾ ਰਾਮ ਸੀ ਜੀ ਉਸ ਨੇ ਜਾਟਾਂ ਦੀ ਅਗਵਾਈ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਕੀ ਸੀ ਜੀ, ਇੱਕ ਬਹੁਤ ਹੀ ਇੰਟਰਸਟਿੰਗ ਘਟਨਾ ਹੋਈ ਆ ਕਿ ਜੋ ਰਾਜਾ ਰਾਮ ਸੀ ਜੀ ਇਸ ਦੀ ਅਗਵਾਈ ਵਿੱਚ 1685 ਈਸਵੀ ਵਿੱਚ ਜੋ ਜਾਟ ਸੀ ਇਹਨਾਂ ਦੇ ਦੁਆਰਾ ਸਿਕੰਦਰਾ ਦੇ ਵਿੱਚ ਸਥਿਤ ਜੋ ਅਕਬਰ ਦੀ ਕਬਰ ਸੀ, ਜੋ ਅਕਬਰ ਦਾ ਉੱਥੇ ਜੀ ਮਕਬਰਾ ਬਣਿਆ ਹੋਇਆ ਸੀ, ਉਸ ਨੂੰ ਲੁੱਟ ਲਿਆ ਗਿਆ। ਯਾਨੀ ਕਿ ਉਸ ਦੇ ਵਿੱਚੋਂ ਜੀ ਕਬਰ ਨੂੰ ਪੱਟ ਕੇ ਤੇ ਜੋ ਅਕਬਰ ਦੀਆਂ ਅਸਥੀਆਂ ਜੀ ਉਸ ਦੀਆਂ ਹੱਡੀਆਂ ਸੀ ਉਸ ਨੂੰ ਕੱਢ ਕੇ ਜਲਾ ਦਿੱਤਾ ਗਿਆ, ਜੋ ਕਿ ਅਸਲ ਵਿੱਚ ਮੁਸਲਮਾਨ ਪ੍ਰਥਾਵਾਂ ਦੇ ਉਲਟ ਸੀ। ਕਿਉਂਕਿ ਮੁਸਲਮਾਨਾਂ ਦੇ ਵਿੱਚ ਮੰਨਿਆ ਜਾਂਦਾ ਹੈ ਜੀ ਕਿ ਇੱਕ ਦਿਨ ਅਜਿਹਾ ਦਿਨ ਆਊਗਾ ਜਿਸ ਨੂੰ ਕਿਆਮਤ ਦਾ ਦਿਨ ਕਿਹਾ ਜਾਏਗਾ, ਜਿਸ ਦਿਨ ਜਿੰਨੇ ਵੀ ਲੋਕ ਜੀ ਅੱਜ ਤੱਕ ਦਫਨ ਕੀਤੇ ਗਏ ਆ, ਜਿੰਨੇ ਵੀ ਅੱਜ ਤੱਕ ਕਬਰ ਦੇ ਵਿੱਚ ਲੋਕ ਨੇ, ਉਹ ਸਾਰੇ ਲੋਕ ਜਿੰਦਾ ਹੋ ਜਾਣਗੇ, ਉਹ ਬਾਹਰ ਆਉਣਗੇ ਅਤੇ ਅੱਲਾ ਉਹਨਾਂ ਤੋਂ ਉਹਨਾਂ ਦੀ ਆਖਰੀ ਇੱਛਾ ਪੁੱਛੂਗਾ ਜਾਂ ਇਸ ਟਾਈਪ ਦਾ ਕੁਛ, ਇਸ ਟਾਈਪ ਦੀ ਕੋਈ ਉਹਨਾਂ ਦੀ ਸੋਚ ਹੁੰਦੀ ਹੈ। ਠੀਕ ਹੈ ਜੀ, ਇਹ ਸਭ ਧਰਮਾਂ ਦੀ ਅਲੱਗ-ਅਲੱਗ ਸੋਚ ਹੁੰਦੀ ਹੈ। ਪਰ ਇੱਥੇ ਜਾਟਾਂ ਨੇ ਕੀ ਕੀਤਾ ਜੀ ਕਿ ਉਹਨਾਂ ਨੇ ਅਕਬਰ ਦੀ ਕਬਰ ਪੁੱਟ ਕੇ ਅਤੇ ਉਸ ਦੇ ਵਿੱਚ ਜੋ ਉਸ ਦੀਆਂ ਅਸਥੀਆਂ ਸੀ ਜਾਂ ਉਸ ਦੀਆਂ ਹੱਡੀਆਂ ਸੀ ਉਹਨਾਂ ਨੂੰ ਜਲਾਤਾ। ਇਸ ਤਰ੍ਹਾਂ ਕੀ ਹੋਇਆ ਜੀ ਕਿ ਮੁਸਲਮਾਨ ਪ੍ਰਥਾਵਾਂ ਦੀ ਗੱਲ ਉਲਟ ਹੋ ਗਈ ਸੀ। ਇਸੇ ਕਰਕੇ ਜੋ ਔਰੰਗਜ਼ੇਬ ਆ ਜੀ ਉਹ ਇਸ ਗੱਲ ਤੋਂ ਬਹੁਤ ਹੀ ਜ਼ਿਆਦਾ ਦੁਖੀ ਹੋਇਆ ਅਤੇ ਬਹੁਤ ਹੀ ਜ਼ਿਆਦਾ ਉਹ ਗੁੱਸੇ ਦੇ ਵਿੱਚ ਆ ਗਿਆ ਸੀ ਜਾਟਾਂ ਦੇ ਪ੍ਰਤੀ। ਕੀ ਆ ਜੀ, ਉਸਨੇ ਰਾਜਾ ਰਾਮ ਦਾ ਵੀ ਕਤਲ ਕਰਵਾ ਦਿੱਤਾ। ਇਸ ਤਰ੍ਹਾਂ ਜੋ ਜਾਟਾਂ ਦਾ ਦੂਸਰਾ ਅਗਵਾਈ ਕਰਨ ਵਾਲਾ ਨੇਤਾ ਸੀ ਜੀ ਉਹ ਵੀ ਮਾਰਿਆ ਗਿਆ। ਪਰ ਇੱਥੇ ਵੀ ਜੋ ਵਿਦਰੋਹ ਹੈ ਜੀ ਇਹ ਪੂਰਨ ਤੌਰ 'ਤੇ ਖਤਮ ਨਹੀਂ ਹੋਇਆ। ਇਹ ਵਿਦਰੋਹ ਚਾਹੇ ਛੋਟਾ ਹੋ ਗਿਆ ਸੀ, ਥੋੜ੍ਹੇ ਰੂਪ ਦੇ ਵਿੱਚ ਚੱਲਦਾ ਰਿਹਾ, ਪਰ ਇਹ ਚੱਲਦਾ ਰਿਹਾ ਜਿੰਨਾ ਟਾਈਮ ਔਰੰਗਜ਼ੇਬ ਦਾ ਸ਼ਾਸਨ ਕਾਲ ਰਿਹਾ। ਇਸ ਤੋਂ ਬਾਅਦ ਜੋ ਦੂਸਰਾ ਵਿਦਰੋਹ ਆ ਜਾਂਦਾ ਹੈ ਉਹ ਸੀ ਜੀ ਰਾਜਪੂਤਾਂ ਦਾ ਵਿਦਰੋਹ। ਆਪਾਂ ਨੇ ਪੜ੍ਹਿਆ ਸੀ ਕਿ ਅਕਬਰ ਦੇ ਸਮੇਂ ਤੋਂ ਜੀ ਜੋ ਰਾਜਪੂਤ ਸੀ ਉਹ ਮੁਗਲਾਂ ਦੇ ਨਾਲ ਮਿਲ ਕੇ ਰਹਿਣ ਲੱਗ ਗਏ ਸੀ। ਅਕਬਰ ਦੇ ਸਮੇਂ ਦੇ ਵਿੱਚ ਜੋ ਰਾਜਪੂਤ ਲੋਕ ਆ ਜੀ ਉਹਨਾਂ ਦੇ ਨਾਲ ਅਕਬਰ ਦੇ ਵਿਆਹ ਸੰਬੰਧ ਵੀ ਸੀ, ਯਾਨੀ ਕਿ ਅਕਬਰ ਦੇ ਪੁੱਤਰਾਂ ਦਾ ਵੀ ਵਿਆਹ ਉੱਥੇ ਹੋਇਆ ਸੀ ਜੀ, ਅਕਬਰ ਦਾ ਵਿਆਹ ਵੀ ਰਾਜਪੂਤ ਲੋਕਾਂ ਦੇ ਘਰ ਹੋਇਆ ਸੀ। ਇਸ ਤਰ੍ਹਾਂ ਉਹਨਾਂ ਦੇ ਆਪਸ ਦੇ ਵਿੱਚ ਜੀ ਸਾਰੇ ਮਿਲਵਰਤਨ ਵਾਲੇ ਜੋ ਰਿਸ਼ਤੇ ਸੀ। ਪਰ ਜਦੋਂ ਔਰੰਗਜ਼ੇਬ ਆਉਂਦਾ ਹੈ ਜੀ ਅਤੇ ਇਹ ਜੋ ਰਾਜਪੂਤ ਆ ਜੀ ਇਹਨਾਂ ਦੇ ਖਿਲਾਫ, ਉਹਨਾਂ ਦੇ ਹਿੰਦੂ ਹੋਣ ਕਾਰਨ ਇਹ ਉਹਨਾਂ ਦੇ ਖਿਲਾਫ ਵੀ ਜੀ ਨਫ਼ਰਤ ਦੀ ਭਾਵਨਾ ਰੱਖਦਾ ਹੈ। ਜਿਸ ਕਾਰਨ ਕੀ ਹੁੰਦਾ ਹੈ ਜੀ ਕਿ ਜੋ ਰਾਜਪੂਤ ਪਹਿਲਾਂ ਅਕਬਰ ਦੇ ਸਮੇਂ ਤੋਂ ਮੁਗਲਾਂ ਦੇ ਮਿੱਤਰ ਬਣੇ ਆ ਰਹੇ ਸੀ ਉਹੀ ਹੁਣ ਮੁਗਲਾਂ ਦੇ ਖਿਲਾਫ ਹੋ ਜਾਂਦੇ ਨੇ ਅਤੇ ਇਸ ਤਰ੍ਹਾਂ ਉਹ ਮੁਗਲਾਂ ਦੇ ਵਿਰੁੱਧ ਵਿਦਰੋਹ ਕਰ ਦਿੰਦੇ ਨੇ। ਇਸ ਦੇ ਵਿੱਚ ਜੋ ਮਾਰਵਾੜ ਅਤੇ ਮੇਵਾੜ ਦੋ ਰਾਜਪੂਤਾਂ ਦੇ ਖੇਤਰ ਆ ਜਾਂਦੇ ਆ ਜੀ, ਉਹਨਾਂ ਨੇ ਜੀ ਔਰੰਗਜ਼ੇਬ ਦੇ ਵਿਰੁੱਧ ਵਿਦਰੋਹ ਕੀਤਾ ਸੀ। ਇਸ ਤਰ੍ਹਾਂ ਜਾਟ ਅਤੇ ਜੋ ਰਾਜਪੂਤ ਆ ਜੀ ਇਹਨਾਂ ਨੇ ਔਰੰਗਜ਼ੇਬ ਦੇ ਵਿਰੁੱਧ ਵਿਦਰੋਹ ਕੀਤਾ। ਹੁਣ ਆਪਾਂ ਦੇਖਦੇ ਹਾਂ ਜੀ ਕਿ ਇਸ ਤੋਂ ਬਾਅਦ ਹੋਰ ਕਿਹੜੇ-ਕਿਹੜੇ ਲੋਕ ਰਹਿ ਜਾਂਦੇ ਨੇ ਜਿਨ੍ਹਾਂ ਨੇ ਔਰੰਗਜ਼ੇਬ ਦੇ ਵਿਰੁੱਧ ਵਿਦਰੋਹ ਕੀਤਾ। ਜੋ ਅਗਲਾ ਵਿਦਰੋਹ ਆ ਜਾਂਦਾ ਹੈ ਇਹ ਹੈ ਜੀ ਸਿੱਖਾਂ ਦਾ ਵਿਦਰੋਹ। ਉਸ ਤੋਂ ਪਹਿਲਾਂ ਜੀ ਤੁਹਾਡੇ ਸਭ ਸਟੂਡੈਂਟਸ ਲਈ ਜੀ ਇੱਕ ਚੈਨਲ ਸੁਜੈਸ਼ਨ ਆ। ਉਹ ਸਟੂਡੈਂਟ ਜੀ ਜਿਹੜੇ ਸਾਇੰਸ ਮੈਥ ਸਬਜੈਕਟ ਪੜ੍ਹਦੇ ਨੇ ਜੀ, ਸਾਇੰਸ ਮੈਥ PS ਟੈਟ ਲਈ ਜਾਂ ਮਾਸਟਰ ਕਾਡਰ ਲਈ ਜੋ ਪ੍ਰੈਪਰੇਸ਼ਨ ਕਰ ਰਹੇ ਨੇ ਜੀ, ਉਹ ਸਟੂਡੈਂਟਾਂ ਲਈ ਜੀ ਇੱਕ ਚੈਨਲ ਰਿਕਮੈਂਡ ਕਰ ਰਹੇ ਹਾਂ ਜੀ, ਇੱਕ ਚੈਨਲ ਸੁਜੈਸਟ ਕਰ ਰਹੇ ਹਾਂ। ਚੈਨਲ ਦਾ ਨਾਮ ਹੈ ਜੀ ਗਿਆਨ 0 ਕਿਲੋਮੀਟਰ। ਇਸ ਚੈਨਲ ਦੇ ਉੱਪਰ ਜੀ ਤੁਹਾਨੂੰ ਮੈਥ ਸਬਜੈਕਟ ਦੀਆਂ ਵੀਡੀਓਜ਼ ਮਿਲ ਜਾਣਗੀਆਂ। ਇਸ ਚੈਨਲ ਦੇ ਉੱਪਰ ਜੀ ਤੁਹਾਨੂੰ CBSE ਬੋਰਡ, PSEB ਬੋਰਡ, ਇਹ ਦੋਨੇ ਬੋਰਡ ਦੇ ਅਕੋਰਡਿੰਗ ਜੋ ਮੈਥ ਕਲਾਸਿਸ ਨੇ ਜੀ ਉਹ ਸਾਰੀਆਂ ਮਿਲ ਜਾਣਗੀਆਂ। ਮੈਥ ਸਬਜੈਕਟ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਵੀਡੀਓਜ਼ ਦੇ ਵਿੱਚ ਕਰਵਾਇਆ ਗਿਆ ਹੈ। ਜਿਹੜੇ ਵੀ ਸਟੂਡੈਂਟ ਜੀ ਮੈਥ ਸਬਜੈਕਟ ਨੂੰ ਪੜ੍ਹਦੇ ਨੇ ਜਾਂ ਮੈਥ ਸਬਜੈਕਟ ਦੀ ਪ੍ਰੈਪਰੇਸ਼ਨ ਕਰ ਰਹੇ ਨੇ ਉਹ ਇਸ ਚੈਨਲ ਨੂੰ ਜੀ ਜ਼ਰੂਰ ਵਿਜ਼ਿਟ ਕਰਨ ਅਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਜੇਕਰ ਕੋਈ ਵੀ ਸਟੂਡੈਂਟ ਜੀ ਤੁਹਾਡਾ ਫਰੈਂਡ ਹੈ ਜੋ ਮੈਥ ਸਬਜੈਕਟ ਪੜ੍ਹਦਾ ਹੈ ਜਾਂ ਮੈਥ ਦੇ ਪੇਪਰ ਦੀ ਤਿਆਰੀ ਕਰ ਰਿਹਾ ਹੈ ਤਾਂ ਉਸ ਨੂੰ ਵੀ ਤੁਸੀਂ ਜੀ ਇਹ ਚੈਨਲ ਸ਼ੇਅਰ ਕਰ ਸਕਦੇ ਹੋ। ਚੈਨਲ ਦਾ ਲਿੰਕ ਜੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ, ਉੱਪਰ ਆਈ ਬਟਨ ਦੇ ਵਿੱਚ ਮਿਲ ਜਾਏਗਾ ਅਤੇ ਪਿਨ ਕਮੈਂਟਸ ਦੇ ਵਿੱਚ ਵੀ ਮਿਲ ਜਾਏਗਾ। ਚੈਨਲ ਦਾ ਨਾਮ ਹੈ ਜੀ ਗਿਆਨ 0 ਕਿਲੋਮੀਟਰ। ਵੱਧ ਤੋਂ ਵੱਧ ਜਾ ਕੇ ਜੀ ਚੈਨਲ ਨੂੰ ਵਿਜ਼ਿਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਅਤੇ ਜੇਕਰ ਹਾਲੇ ਤੱਕ ਪੰਜਾਬ ਐਜੂਕੇਸ਼ਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੀ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ। ਹੁਣ ਆਪਾਂ ਆ ਜਾਂਦੇ ਹਾਂ ਜੀ ਆਪਣੇ ਟੌਪਿਕ 'ਤੇ। ਪੜ੍ਹਦੇ ਹਾਂ ਜੀ ਸਿੱਖਾਂ ਦਾ ਵਿਦਰੋਹ। ਜੋ ਜਹਾਂਗੀਰ ਦੇ ਦੁਆਰਾ ਜੀ ਸਿੱਖਾਂ ਦੇ 5ਵੇਂ ਗੁਰੂ ਜਿਨ੍ਹਾਂ ਦਾ ਨਾਮ ਸੀ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਹੀ ਜੋ ਸਿੱਖ ਨੇ ਅਤੇ ਜੋ ਮੁਗਲ ਸੀ ਜੀ ਇਹਨਾਂ ਦੇ ਵਿਚਕਾਰ ਜੋ ਸਬੰਧ ਸੀ ਉਹ ਤਣਾਅਪੂਰਨ ਹੋ ਗਏ ਸੀ, ਯਾਨੀ ਕਿ ਆਪਸ ਦੇ ਵਿੱਚ ਇਹਨਾਂ ਦੀ ਹੁਣ ਯੁੱਧ ਹੁੰਦਾ ਰਹਿੰਦਾ ਸੀ, ਇਹਨਾਂ ਦੇ ਵਿੱਚ ਲੜਾਈਆਂ ਹੁੰਦੀਆਂ ਰਹਿੰਦੀਆਂ ਸੀ। ਪਰ ਜਦੋਂ ਔਰੰਗਜ਼ੇਬ ਦੇ ਦੁਆਰਾ ਜੀ ਸਿੱਖਾਂ ਦੇ 9ਵੇਂ ਗੁਰੂ ਜਿਨ੍ਹਾਂ ਦਾ ਨਾਮ ਸੀ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ, ਉਹਨਾਂ ਨੂੰ ਜੀ 1675 ਈਸਵੀ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਹੈ। ਅਤੇ ਇਸ ਦੇ ਬਾਅਦ ਜੋ ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਜੋ ਵਿਦਰੋਹ ਹੈ ਜੀ ਬਹੁਤ ਹੀ ਜ਼ਿਆਦਾ ਤੇਜ਼ ਹੋ ਜਾਂਦਾ ਹੈ, ਕਿਉਂਕਿ ਜੀ ਮੁਗਲਾਂ ਦੇ ਦੁਆਰਾ ਹੁਣ ਸਮੇਂ ਤੱਕ 2 ਸਿੱਖ ਗੁਰੂਆਂ ਨੂੰ ਸ਼ਹੀਦ ਕੀਤਾ ਗਿਆ ਸੀ। ਇਸ ਲਈ ਜੋ ਸਿੱਖ ਅਤੇ ਜੋ ਮੁਗਲ ਹੈ ਜੀ ਇਹਨਾਂ ਦੇ ਵਿਚਕਾਰ ਜੋ ਸੰਬੰਧ ਆ ਉਹ ਬਹੁਤ ਹੀ ਜ਼ਿਆਦਾ ਤਣਾਅਪੂਰਨ ਹੋ ਜਾਂਦੇ ਨੇ। ਤੁਹਾਡੇ ਸਭ ਲਈ ਜੀ ਇੱਥੇ ਇੱਕ ਪ੍ਰਸ਼ਨ ਆ ਜਾਂਦਾ ਹੈ, ਜਹਾਂਗੀਰ ਦੇ ਦੁਆਰਾ ਸਿੱਖਾਂ ਦੇ 5ਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਇਹ ਤਾਂ ਆਪਾਂ ਨੂੰ ਪਤਾ ਹੈ ਜੀ। ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਜੀ ਕਿਸ ਸਾਲ ਦੇ ਵਿੱਚ ਕਦੋਂ ਸ਼ਹੀਦ ਕੀਤਾ ਗਿਆ, ਇਸ ਦਾ ਆਨਸਰ ਜੀ ਤੁਸੀਂ ਕਮੈਂਟਸ ਦੇ ਵਿੱਚ ਦੇਣਾ ਹੈ, ਕਿਉਂਕਿ ਇਸ ਦੇ ਬਾਰੇ ਆਪਾਂ ਜਹਾਂਗੀਰ ਦੀ ਵੀਡੀਓ ਦੇ ਵਿੱਚ ਕਾਫੀ ਡਿਟੇਲ ਦੇ ਨਾਲ ਪੜ੍ਹਿਆ ਸੀ ਅਤੇ ਇਹ ਪ੍ਰਸ਼ਨ ਜੀ ਆਪਾਂ ਨੂੰ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆਇਆ। ਇਸ ਲਈ ਤੁਹਾਡੇ ਯਾਦ ਹੋਣਾ ਚਾਹੀਦਾ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਦੋਂ ਮੁਗਲਾਂ
ਮੁਗਲਾਂ ਦੇ ਦੁਆਰਾ ਸ਼ਹੀਦ ਕੀਤਾ ਗਿਆ ਸੀ। ਇਸ ਦਾ ਆਨਸਰ ਜੀ ਤੁਸੀਂ ਸਭ ਸਟੂਡੈਂਟਸ ਨੇ ਕਮੈਂਟਸ ਦੇ ਵਿੱਚ ਦੇਣਾ ਹੈ। ਜੋ ਅਗਲਾ ਵਿਦਰੋਹ ਕੀਤਾ ਗਿਆ ਜੀ, ਇਹ ਕੀਤਾ ਗਿਆ ਸੀ ਮਰਾਠਿਆਂ ਦੇ ਦੁਆਰਾ। ਜੋ ਮਰਾਠੇ ਆ ਜੀ, ਇਹ ਦੱਖਣੀ ਭਾਰਤ ਦੇ ਵਿੱਚ ਔਰੰਗਜ਼ੇਬ ਦੇ ਸਮੇਂ ਆਪਣੀ ਸ਼ਕਤੀ ਨੂੰ ਬਹੁਤ ਹੀ ਜ਼ਿਆਦਾ ਵਧਾ ਰਹੇ ਸੀ। ਉੱਥੇ ਜੀ ਬਹੁਤ ਜ਼ਿਆਦਾ ਇੱਕ ਸ਼ਕਤੀਸ਼ਾਲੀ ਸ਼ਾਸਨ ਦੇ ਰੂਪ ਵਿੱਚ ਇਹ ਸਾਹਮਣੇ ਆ ਰਹੇ ਸੀ। ਇੱਥੇ ਕੀ ਹੁੰਦਾ ਹੈ ਜੀ ਕਿ ਜੋ ਔਰੰਗਜ਼ੇਬ ਹੈ, ਇਹ ਮਰਾਠਿਆਂ ਦੀ ਸ਼ਕਤੀ ਨੂੰ ਖਤਮ ਕਰਨ ਦੇ ਲਈ ਇੱਕ ਰਾਜਪੂਤ ਰਾਜੇ ਨੂੰ ਭੇਜਦਾ ਜੀ, ਜਿਸ ਦਾ ਨਾਮ ਸੀ ਜੈਪਾਲ। ਜੋ ਜੈਪਾਲ ਆ ਜੀ, ਇਹ ਮੁਗਲਾਂ ਦੇ ਦੁਆਰਾ ਇੱਕ ਅੰਬੈਸਡਰ ਦੇ ਰੂਪ ਵਿੱਚ, ਇੱਕ ਰਾਜਦੂਤ ਦੇ ਰੂਪ ਵਿੱਚ ਭੇਜਿਆ ਜਾਂਦਾ ਹੈ। ਜੋ ਸ਼ਿਵਾਜੀ ਮਰਾਠਾ ਉਸ ਸਮੇਂ ਮਰਾਠਿਆਂ ਦੇ ਸਰਦਾਰ ਸੀ ਜਾਂ ਮਰਾਠਿਆਂ ਦੇ ਸ਼ਾਸਕ ਸੀ, ਅਤੇ ਜੋ ਰਾਜਾ ਜੈਪਾਲ ਹੈ ਜੀ, ਜੋ ਮੁਗਲਾਂ ਦੇ ਦੁਆਰਾ ਭੇਜਿਆ ਜਾਂਦਾ ਹੈ। ਇਹਨਾਂ ਦੇ ਵਿਚਕਾਰ ਜੀ 1665 ਈਸਵੀ ਨੂੰ ਇੱਕ ਸੰਧੀ ਹੋਈ ਸੀ, ਜਿਸ ਨੂੰ ਜੀ ਪੁਰੰਦਰ ਦੀ ਸੰਧੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸੰਧੀ ਦੇ ਵਿੱਚ ਕੀ ਸੀ ਜੀ ਕਿ ਜੋ ਮਰਾਠੇ ਸੀ, ਉਹਨਾਂ ਨੇ ਆਪਣੇ ਕੁਝ ਕਿਲੇ ਉਹ ਮੁਗਲਾਂ ਨੂੰ ਦੇਣੇ ਸੀ। ਜਦੋਂ ਇਹ ਸੰਧੀ ਹੁੰਦੀ ਹੈ ਜੀ, ਤੇ ਜੋ ਮਰਾਠੇ ਹੁੰਦੇ ਆ ਆਪਣੇ ਕੁਝ ਕਿਲੇ ਜੋ ਮੁਗਲਾਂ ਨੂੰ ਦੇ ਦਿੰਦੇ ਨੇ, ਪਰ ਇਸ ਦੇ ਬਾਵਜੂਦ ਵੀ ਜੋ ਮੁਗਲ ਹੁੰਦੇ ਨੇ ਜੀ, ਇਹ ਸ਼ਿਵਾਜੀ ਨੂੰ ਬੰਦੀ ਬਣਾ ਲੈਂਦੇ ਨੇ। ਸ਼ਿਵਾਜੀ ਮਰਾਠਾ ਜੀ ਕੈਦ ਦੇ ਵਿੱਚੋਂ ਭੱਜਣ ਦੇ ਵਿੱਚ ਸਫਲ ਹੋ ਜਾਂਦਾ ਹੈ, ਅਤੇ ਇਸ ਤੋਂ ਬਾਅਦ ਜੋ ਮਰਾਠੇ ਨੇ ਤੇ ਜੋ ਮੁਗਲ ਨੇ, ਇਹਨਾਂ ਦੇ ਵਿਚਕਾਰ ਜੋ ਵਿਦਰੋਹ ਹੁੰਦਾ ਹੈ ਜੀ, ਬਹੁਤ ਹੀ ਜ਼ਿਆਦਾ ਤੇਜ਼ ਹੋ ਜਾਂਦਾ ਹੈ। ਇਸ ਤੋਂ ਬਾਅਦ ਜਦੋਂ ਸ਼ਿਵਾਜੀ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਦਾ ਜੋ ਉੱਤਰਾਧਿਕਾਰੀ ਬਣਦਾ ਹੈ ਜੀ ਸੰਭਾਜੀ ਮਰਾਠਾ, ਉਸ ਦੇ ਨਾਲ ਵੀ ਜੋ ਮੁਗਲ ਹੈ ਜੀ, ਇਹਨਾਂ ਦੇ ਸੰਘਰਸ਼ ਚੱਲਦੇ ਰਹਿੰਦੇ ਨੇ। ਇਸ ਤਰ੍ਹਾਂ ਜੋ ਮਰਾਠਿਆਂ ਦੇ ਨਾਲ ਵੀ ਸੰਘਰਸ਼ ਇਹਨਾਂ ਦਾ, ਜੋ ਮੁਗਲਾਂ ਦਾ ਸੰਘਰਸ਼ ਹੈ ਜੀ, ਬਹੁਤ ਲੰਮਾ ਸਮਾਂ ਇਹ ਚੱਲਦਾ ਰਿਹਾ ਸੀ। ਹੁਣ ਆਪਾਂ ਪੜ੍ਹਦੇ ਹਾਂ ਜੀ ਕਿ ਔਰੰਗਜ਼ੇਬ ਦੀ ਮੌਤ ਕਦੋਂ ਹੋਈ ਅਤੇ ਉਹ ਕਿਸ ਤਰ੍ਹਾਂ ਹੋਈ। ਜੋ ਔਰੰਗਜ਼ੇਬ ਆ ਜੀ, ਇਸ ਨੇ ਸ਼ਾਸਨ ਕਾਲ ਦੇ 50 ਸਾਲਾਂ ਦੇ ਵਿੱਚੋਂ ਜੋ ਪਹਿਲੇ 25 ਸਾਲ ਹੈ ਜੀ ਉੱਤਰੀ ਭਾਰਤ ਦੇ ਵਿੱਚ, ਅਤੇ ਜੋ ਆਪਣੇ ਜੀਵਨ ਦੇ ਜੀ ਅੰਤ 25 ਸਾਲ ਸੀ, ਇਹ ਦੱਖਣੀ ਭਾਰਤ ਦੇ ਵਿੱਚ ਬਿਤਾਏ ਸੀ। ਜੋ ਔਰੰਗਜ਼ੇਬ ਆ ਜੀ, ਇਹ ਦੱਖਣੀ ਭਾਰਤ ਦੇ ਵਿੱਚ ਮਰਾਠਿਆਂ ਦੀ ਵੱਧ ਰਹੀ ਸ਼ਕਤੀ ਨੂੰ ਖਤਮ ਕਰਨ ਆਇਆ ਸੀ, ਪਰ ਇਹ ਆਪਣੇ ਜੀਵਨ ਦੇ ਜੀ ਆਖਰੀ ਜੋ 25 ਸਾਲ ਸੀ, ਉਹ ਦੱਖਣੀ ਭਾਰਤ ਦੇ ਵਿੱਚ ਹੀ ਫਸਿਆ ਰਿਹਾ, ਕਿਉਂਕਿ ਦੱਖਣੀ ਭਾਰਤ ਦੇ ਵਿੱਚ ਜੀ ਬਹੁਤ ਸਾਰੇ ਵਿਦਰੋਹ ਹੁੰਦੇ ਰਹੇ ਅਤੇ ਉਹਨਾਂ ਨੂੰ ਹੀ ਦਬਾਉਂਦਾ ਰਿਹਾ। ਇਸ ਨੂੰ ਜੀ ਆਪਣੇ ਲਾਸਟ ਦੇ ਜੋ 25 ਸਾਲ ਸੀ, ਉਹਨਾਂ ਦੇ ਵਿੱਚ ਉੱਤਰੀ ਭਾਰਤ ਦੇ ਵੱਲ ਧਿਆਨ ਦੇਣ ਦੇ ਕੋਈ ਟਾਈਮ ਹੀ ਨਹੀਂ ਮਿਲਿਆ। ਇਹ ਦੱਖਣੀ ਭਾਰਤ ਦੇ ਵਿੱਚ ਹੀ ਫਸ ਕੇ ਰਹਿ ਗਿਆ। ਜੋ ਔਰੰਗਜ਼ੇਬ ਆ ਜੀ, ਇਸ ਦੀ ਮੌਤ ਵੀ ਦੱਖਣੀ ਭਾਰਤ ਦੇ ਵਿੱਚ ਹੀ ਹੋਈ। ਔਰੰਗਜ਼ੇਬ ਦੀ ਮੌਤ ਜੀ ਦੱਖਣੀ ਭਾਰਤ ਵਿੱਚ ਇੱਕ ਯੁੱਧ ਦੇ ਵਿੱਚ ਜ਼ਖਮੀ ਹੋਣ ਕਾਰਨ ਹੋਈ, ਜੋ ਕਿ ਜੀ 3 ਮਾਰਚ 1707 ਈਸਵੀ ਨੂੰ ਅਹਿਮਦਨਗਰ ਦੇ ਵਿੱਚ ਹੋਈ ਸੀ। ਅਕਬਰ ਦੀ ਮੌਤ 3 ਮਾਰਚ 1707 ਨੂੰ ਜੀ ਅਹਿਮਦਨਗਰ ਦੇ ਵਿੱਚ ਹੋਈ, ਜੋ ਕਿ ਇੱਕ ਸਾਊਥ ਇੰਡੀਅਨ ਪਾਰਟ ਹੈ ਜੀ। ਔਰੰਗਜ਼ੇਬ ਦੀ ਆਖਰੀ ਇੱਛਾ ਇਹ ਸੀ ਕਿ ਜੀ ਉਸ ਦੀ ਜੋ ਕਬਰ ਆ ਉਹ ਬਿਲਕੁਲ ਸਿੰਪਲ ਬਣਾਈ ਜਾਵੇ, ਉਹ ਸਧਾਰਨ ਬਣਾਈ ਜਾਵੇ, ਉਸ 'ਤੇ ਕਿਸੇ ਵੀ ਤਰ੍ਹਾਂ ਦਾ ਇੱਦਾਂ ਨਾ ਬਣਾਇਆ ਜਾਵੇ ਕਿ ਉਹ ਕਿਸੇ ਰਾਜੇ ਦੀ ਕਬਰ, ਉਹ ਇੱਕ ਆਮ ਵਿਅਕਤੀ ਦੀ ਕਬਰ ਵਾਂਗੂ ਹੀ ਰੱਖੀ ਜਾਵੇ। ਔਰੰਗਜ਼ੇਬ ਨੂੰ ਜੀ ਇੱਕ ਫਕੀਰ ਬਰਾਹਮਨੁਦੀਨ ਦੀ ਕਬਰ ਦੇ ਕੋਲ ਦਫਨਾਇਆ ਗਿਆ ਸੀ। ਔਰੰਗਜ਼ੇਬ ਦੀ ਜੋ ਕਬਰ ਹੈ ਜੀ, ਇਹ ਜ਼ਿਲ੍ਹਾ ਖੁਲਦਾਬਾਦ ਦੇ ਵਿੱਚ ਸਥਿਤ ਹੈ, ਠੀਕ ਹੈ ਜੀ, ਜੋ ਕਿ ਇੱਕ ਦੱਖਣੀ ਭਾਰਤ ਦੇ ਵਿੱਚ ਏਰੀਆ। ਇਹ ਲਾਸਟ ਵਾਲੇ 25 ਸਾਲਾਂ ਨੂੰ ਦੱਖਣੀ ਭਾਰਤ ਦੇ ਵਿੱਚ ਬਿਤਾਏ, ਉੱਥੇ ਹੀ ਇਸ ਦੀ ਡੈਥ ਹੋਈ। ਅਤੇ ਜੋ ਔਰੰਗਜ਼ੇਬ ਦੀ ਕਬਰ ਹੈ ਜੀ, ਉਹ ਵੀ ਦੱਖਣੀ ਭਾਰਤ ਦੇ ਵਿੱਚ ਹੀ ਬਣੀ ਹੋਈ ਹੈ। ਬਸ ਤੁਸੀਂ ਨਾਮ ਯਾਦ ਰੱਖਣਾ ਹੈ ਕਿ ਖੁਲਦਾਬਾਦ ਦੇ ਵਿੱਚ ਹੈ, ਅਤੇ ਜੇਕਰ ਫਕੀਰ ਦਾ ਨਾਮ ਪੁੱਛਿਆ ਜਾਵੇ ਤਾਂ ਫਕੀਰ ਦਾ ਨਾਮ ਸੀ ਜੀ ਬਰਾਹਮਨੁਦੀਨ, ਜਿਸ ਦੀ ਕਬਰ ਦੇ ਨਾਲ ਇਸ ਦੀ ਕਬਰ ਬਣਾਈ ਗਈ ਸੀ। ਠੀਕ ਹੈ ਜੀ, ਇਸ ਤਰ੍ਹਾਂ ਆਪਾਂ ਪੜ੍ਹਿਆ ਕਿ ਔਰੰਗਜ਼ੇਬ ਕਿਸ ਤਰ੍ਹਾਂ ਸ਼ਾਸਕ ਬਣਿਆ ਅਤੇ ਕਿਸ ਤਰ੍ਹਾਂ ਉਸ ਦੀ ਮੌਤ ਹੋ ਗਈ। ਹੁਣ ਕੁਝ ਹੋਰ ਪੁਆਇੰਟ ਜੋ ਰਹਿ ਗਿਆ ਜੀ, ਉਹ ਵੀ ਆਪਾਂ ਪੜ੍ਹ ਲੈਂਦੇ ਹਾਂ। ਔਰੰਗਜ਼ੇਬ ਦੇ ਦੁਆਰਾ ਜੀ ਕੁਝ ਇਮਾਰਤਾਂ ਬਣਾਈਆਂ ਗਈਆਂ, ਜਿਨ੍ਹਾਂ ਦੇ ਬਾਰੇ ਆਪਾਂ ਨੂੰ ਪ੍ਰਸ਼ਨ ਪੁੱਛ ਲਏ ਜਾਂਦੇ ਆ, ਉਹਨਾਂ ਨੂੰ ਆਪਾਂ ਹੁਣ ਜਾਣ ਲੈਂਦੇ ਹਾਂ। ਔਰੰਗਜ਼ੇਬ ਨੇ ਜੀ 1687 ਈਸਵੀ ਵਿੱਚ ਇੱਕ ਬੀਬੀ ਦਾ ਮਕਬਰਾ ਬਣਵਾਇਆ, ਜੋ ਉਸਨੇ ਆਪਣੀ ਪਤਨੀ ਦਿਲਰਾਸ ਬਾਨੋ ਬੇਗਮ, ਜਾਂ ਜਿਸ ਨੂੰ ਰਬੀਆ ਦੁਰਾਨੀ ਵੀ ਕਿਹਾ ਜਾਂਦਾ ਹੈ ਜੀ, ਉਸ ਦੀ ਯਾਦ ਦੇ ਵਿੱਚ ਬਣਾਇਆ ਸੀ। ਜਿਸ ਦੀ ਤੁਸੀਂ ਇਹ ਪਿਕ ਦੇਖ ਰਹੇ ਹੋ ਜੀ, ਇਹ ਤਾਜ ਮਹਿਲ ਦੀ ਕਾਪੀ ਜੀ ਲੱਗਦਾ ਹੈ ਜੀ, ਇੱਕ ਉਹਦੀ ਸਸਤੀ ਕਾਪੀ ਲੱਗਦਾ ਹੈ ਬਸ। ਇਸ ਨੂੰ ਜੀ ਔਰੰਗਜ਼ੇਬ ਨੇ ਬਣਵਾਇਆ ਸੀ, ਜਿਸ ਨੂੰ ਬੀਬੀ ਦਾ ਮਕਬਰਾ ਕਿਹਾ ਜਾਂਦਾ ਹੈ, ਜੋ ਕਿ ਉਸਨੇ ਆਪਣੀ ਪਤਨੀ ਦਿਲਰਾਸ ਬਾਨੋ ਬੇਗਮ ਦੀ ਯਾਦ ਦੇ ਵਿੱਚ ਬਣਾਇਆ ਸੀ। ਇਸ ਤੋਂ ਇਲਾਵਾ ਜੀ ਔਰੰਗਜ਼ੇਬ ਨੇ ਦਿੱਲੀ ਦੇ ਵਿੱਚ ਲਾਲ ਕਿਲ੍ਹੇ ਦੇ ਵਿੱਚ ਮੋਤੀ ਮਸਜਿਦ ਬਣਵਾਈ ਹੈ। ਜੋ ਲਾਲ ਕਿਲ੍ਹਾ ਜੀ, ਉਸ ਦੇ ਵਿੱਚ ਇੱਕ ਮੋਤੀ ਮਸਜਿਦ ਬਣਵਾਈ ਗਈ ਹੈ, ਜੋ ਕਿ ਔਰੰਗਜ਼ੇਬ ਨੇ ਆਪਣੇ ਸਮੇਂ ਦੇ ਵਿੱਚ ਬਣਾਈ ਸੀ। ਇਸ ਤੋਂ ਇਲਾਵਾ ਜੀ ਉਸਨੇ ਲਾਹੌਰ ਦੇ ਵਿੱਚ ਇੱਕ ਬਾਦਸ਼ਾਹੀ ਮਸਜਿਦ ਬਣਵਾਈ ਸੀ। ਇਹ 3 ਇਮਾਰਤਾਂ ਜੀ, ਜਿਨ੍ਹਾਂ ਦੇ ਬਾਰੇ ਆਪਣੇ ਨੂੰ ਪ੍ਰਸ਼ਨ ਪੁੱਛੇ ਜਾ ਸਕਦੇ ਨੇ, ਜੋ ਕਿ ਔਰੰਗਜ਼ੇਬ ਦੇ ਦੁਆਰਾ ਬਣਾਈਆਂ ਗਈਆਂ ਸੀ। ਇੱਥੇ ਹੀ ਜੋ ਅੱਜ ਦਾ ਆਪਣਾ ਇਹ ਚੈਪਟਰ ਹੈ ਜੀ, ਇਹ ਸਮਾਪਤ ਹੁੰਦਾ ਹੈ। ਹੋਪ ਸੋ ਤੁਹਾਨੂੰ ਵੀਡੀਓ ਵਧੀਆ ਲੱਗੇਗੀ, ਅਤੇ ਵੀਡੀਓ ਤੁਹਾਡੇ ਲਈ ਜੀ ਐਗਜ਼ਾਮ ਲਈ ਹੈਲਪਫੁਲ ਰਹੇਗੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਜੀ ਵੀਡੀਓ ਨੂੰ ਲਾਈਕ ਕਰ ਦਿਓ, ਅਤੇ ਕਮੈਂਟਸ ਦੇ ਵਿੱਚ ਜੀ ਜੋ ਵੀ ਪ੍ਰਸ਼ਨ ਵੀਡੀਓ ਦੇ ਵਿੱਚ ਆਪਾਂ ਪੁੱਛੇ ਆ, ਉਹਨਾਂ ਦੇ ਆਨਸਰ ਤੁਸੀਂ ਜ਼ਰੂਰ ਦੇਣੇ ਆ। ਜੇਕਰ ਚੈਨਲ ਨੂੰ ਅਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਜੀ, ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ, ਅਤੇ ਸਾਰੀਆਂ ਹੀ ਵੀਡੀਓਜ਼ ਦਾ ਜੀ ਫ੍ਰੀ ਆਫ ਕੋਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਜੀ ਤੁਸੀਂ ਟੈਲੀਗ੍ਰਾਮ 'ਤੇ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।